ਅੱਜ ਆਪਾਂ ਵਚਨ ਦੇ ਵਿੱਚ ਹੁਣ ਚੱਲਦੇ ਹਾਂ ਜੋ ਸਿੱਖਾਂਗੇ ਤੇ ਉਹਦਾ ਸਰਲੇਖ ਹੈ, ਉਸ ਦਾ ਟਾਈਟਲ ਹੈ ਸਰਵ ਟੂ ਲਾਰਡ ਆਲਮਾਈਟੀ, ਅਤ ਮਹਾਨ ਪਰਮੇਸ਼ਵਰ ਦੀ ਸੇਵਾ ਕਰਨਾ। ਕਿੰਨੇ ਜਣੇ ਆ ਜਿਹੜੇ ਪਰਮੇਸ਼ਵਰ ਜੀ ਦੀ ਸੇਵਾ ਕਰਦੇ ਆ? ਉਹ ਆਪਣੇ ਹੱਥ ਖੜੇ ਕਰ ਸਕਦੇ ਆ। ਤੁਸੀਂ ਪਰਮੇਸ਼ਵਰ ਜੀ ਦੀ ਸੇਵਾ ਕਰਦੇ ਹੋ ਤੇ ਜੇਕਰ ਕੱਲੇ ਕੱਲੇ ਨੂੰ ਆਵਾਜ਼ ਮਾਰ ਕੇ ਇਸ ਜਗ੍ਹਾ ਤੇ ਪੁੱਛਿਆ ਜਾਵੇ ਕਿ ਤੁਸੀਂ ਪਰਮੇਸ਼ਵਰ ਜੀ ਦੀ ਸੇਵਾ ਕਿੱਦਾਂ ਕਰਦੇ ਹੋ, ਕਿੰਨੇ ਜਾਣੇ ਦੱਸਣ ਲਈ ਤਿਆਰ ਆ ਕਿ ਉਹ ਪਰਮੇਸ਼ਵਰ ਜੀ ਦੀ ਸੇਵਾ ਕਿੱਦਾਂ ਕਰਦੇ ਆ? ਹੁਣ ਉਹ ਹੱਥ ਖੜੇ ਕਰਨਗੇ, ਸਿਰਫ ਉਹ ਜਿਹੜੇ ਆਪਣੇ ਮੂੰਹ ਤੋਂ ਦੱਸ ਸਕਦੇ ਆ ਕਿ ਉਹ ਪਰਮੇਸ਼ਵਰ ਜੀ ਦੀ ਸੇਵਾ ਕਿੱਦਾਂ ਕਰਦੇ ਆ। ਹੁਣ ਗਿਣਤੀ ਘੱਟ ਹੋ ਗਈ ਆ। ਸੱਚ ਇਹੀ ਆ ਕਿ ਸਾਨੂੰ ਖੁਦ ਨੂੰ ਸਮਝ ਨਹੀਂ ਹੈਗੀ ਕਿ ਅਸੀਂ ਪਰਮੇਸ਼ਵਰ ਦੇ ਲਈ ਸੇਵਾ ਕਰਦੇ ਹਾਂ ਜਾਂ ਨਹੀਂ ਕਰਦੇ। ਜੇ ਅਸੀਂ ਕਰਦੇ ਹਾਂ ਤਾਂ ਅਸੀਂ ਕੀ ਸੇਵਾ ਕਰਦੇ ਹਾਂ? ਥੋੜ੍ਹੀ ਦੇਰ ਪਹਿਲਾਂ ਪੁੱਛਿਆ ਕਿ ਕਿੰਨੇ ਜਾਣੇ ਪਰਮੇਸ਼ਵਰ ਜੀ ਦੀ ਸੇਵਾ ਕਰਦੇ ਆ, ਕਿੰਨੇ ਸਾਰੇ ਹੱਥ ਖੜੇ ਹੋਏ। ਤੇ ਫਿਰ ਜਦੋਂ ਪੁੱਛਿਆ ਗਿਆ ਕਿ ਕਿੰਨੇ ਜਾਣੇ ਦੱਸ ਸਕਦੇ ਆ ਉਹ ਕਿੱਦਾਂ ਸੇਵਾ ਕਰਦੇ ਆ, ਤੇ ਫਿਰ ਬਹੁਤ ਥੋੜ੍ਹੇ ਹੱਥ ਖੜੇ ਹੋਏ। ਜੇ ਮੈਨੂੰ ਕੋਈ ਜਣਾ ਪੁੱਛਦਾ ਆ ਕਿ ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ ਹੋ, ਤੇ ਮੈਂ ਝੱਟ ਦੀ ਨਹੀਂ ਦੱਸ ਦੇਣਾ ਕਿ ਮੈਂ 7ਵੀਂ 8ਵੀਂ 12ਵੀਂ 11ਵੀਂ ਜਿਹੜੀ 'ਚ ਵੀ ਆ, ਮੈਂ ਇਸ ਜਮਾਤ 'ਚ ਪੜ੍ਹਦੀ ਹਾਂ। ਪਰ ਜੇ ਕੋਈ ਮੈਨੂੰ ਪੁੱਛੇ ਕਿ ਤੁਸੀਂ ਉਹਦੇ ਵਿੱਚ ਕੀ ਪੜ੍ਹਦੇ ਹੋ, ਤੇ ਮੈਂ 2 ਮਿੰਟ ਲਈ ਚੁੱਪ ਕਰ ਜਾਣਾ, ਕਿਉਂਕਿ ਮੈਨੂੰ ਪਤਾ ਹੀ ਨਹੀਂ ਲੱਗਣਾ ਕਿ ਮੈਂ ਉਹਦੇ ਵਿੱਚ ਕੀ ਪੜ੍ਹਦੀ ਹਾਂ। ਜਦ ਕਿ ਮੈਨੂੰ ਪਤਾ ਹੋਣਾ ਜ਼ਰੂਰੀ ਆ ਕਿ ਮੈਂ ਕੀ ਪੜ੍ਹਦੀ ਹਾਂ, ਮੈਨੂੰ ਕੀ ਸਿਖਾਇਆ ਜਾ ਰਿਹਾ ਆ। ਅਸੀਂ ਜਿਹੜਾ ਕੰਮ ਕਰਦੇ ਸਾਨੂੰ ਪਤਾ ਹੋਣਾ ਚਾਹੀਦਾ ਆ। ਜੇ ਅਸੀਂ ਕਿਤੇ ਨੌਕਰੀ ਕਰਦੇ ਹਾਂ ਤੇ ਸਾਨੂੰ ਕੋਈ ਜਣਾ ਪੁੱਛਦਾ ਕੀ ਤੁਸੀਂ ਨੌਕਰੀ ਕਰਦੇ ਹੋ, ਅਸੀਂ ਕਹਿੰਦੇ ਹਾਂਜੀ ਅਸੀਂ ਨੌਕਰੀ ਕਰਦੇ। ਤੇਰਾ ਕੀ ਕੰਮ ਆ ਉੱਥੇ? ਮੈਂ ਜੀ ਕਲਰਕ ਲੱਗਾ ਆ, ਮੈਂ ਜੀ ਪੀਐਨ ਲੱਗਾ ਆ, ਮੈਂ ਮੈਨੇਜਰ ਲੱਗਾ ਆ, ਮੈਂ ਜੋ ਵੀ ਤੁਸੀਂ ਨੌਕਰੀ ਕਰਦੇ ਆ, ਤੁਸੀਂ ਉਹ ਝੱਟ ਦੀ ਨਹੀਂ ਦੱਸਦੇ ਆ। ਤੇ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਜਾਂ ਪਰਮੇਸ਼ਵਰ ਜੀ ਦੀ ਸੇਵਾ ਕਰਦੇ ਆ, ਹਾਂਜੀ ਅਸੀਂ ਕਰਦੇ। ਤੁਸੀਂ ਕੀ ਸੇਵਾ ਕਰਦੇ ਆ? ਫਿਰ ਸਾਨੂੰ ਟਾਈਟਲ ਹੀ ਨਹੀਂ ਲੱਭਦਾ ਕਿ ਅਸੀਂ ਆਪਣੀ ਸੇਵਾ ਨੂੰ ਕੀ ਨਾਮ ਦਿੰਨੇ, ਅਸੀਂ ਕੀ ਸੇਵਾ ਕਰਦੇ ਆ। ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸਾਨੂੰ ਪਤਾ ਹੋਵੇ ਅਸੀਂ ਕੀ ਸੇਵਾ ਕਰਦੇ ਆ ਤੇ ਅਸੀਂ ਪਰਮੇਸ਼ਵਰ ਜੀ ਦੀ ਸੇਵਾ ਕਿੱਦਾਂ ਕਰ ਸਕਦੇ ਆ। ਬਹੁਤ ਸਾਰੇ ਭੈਣ ਭਰਾ ਆ ਜਿਹੜੇ ਸੇਵਾ ਤਾਂ ਕਰਨੀ ਚਾਹੁੰਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪਰਮੇਸ਼ਵਰ ਜੀ ਦੀ ਸੇਵਾ ਕਰਨੀ ਕਿੱਦਾਂ ਹੈ। ਤੇ ਅੱਜ ਆਪਾਂ ਬਾਈਬਲ ਦੇ ਵਿੱਚੋਂ ਇਹੀ ਸਿੱਖਣਾ ਹੈ ਕਿ ਪਰਮੇਸ਼ਵਰ ਜੀ ਦੀ ਸੇਵਾ ਕਰਨੀ ਕਿੱਦਾਂ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸੋਚ ਹੈ ਕਿ ਜੇਕਰ ਬਾਈਬਲ ਨੂੰ ਝੋਲੇ ਵਿੱਚ ਪਾ ਕੇ ਆਪਾਂ ਤੁਰ ਪਈਏ ਤੇ ਬਾਹਰ ਜਾ ਕੇ ਲੋਕਾਂ ਨੂੰ ਦੱਸੀਏ ਕਿ ਪਰਮੇਸ਼ਵਰ ਤੁਹਾਨੂੰ ਚੰਗੇ ਕਰਨ ਦੀ ਤਾਕਤ ਰੱਖਦਾ ਹੈ, ਬਸ ਇਹੀ ਪਰਮੇਸ਼ਵਰ ਦੀ ਸੇਵਾ ਹੈ। ਪ੍ਰਚਾਰ ਕਰਨਾ ਪਰਮੇਸ਼ਵਰ ਦੀ ਸੇਵਾ ਹੈ, ਜਾਂ ਰੋਗੀਆਂ ਨੂੰ ਚੰਗੇ ਕਰਨਾ ਇਹੀ ਪਰਮੇਸ਼ਵਰ ਦੀ ਸੇਵਾ ਹੈ। ਪਰ ਜੀ ਸਾਨੂੰ ਤਾਂ ਬਾਈਬਲ ਦੇ ਬਾਰੇ 'ਚ ਇੰਨਾ ਗਿਆਨ ਨਹੀਂ ਹੈਗਾ, ਫਿਰ ਅਸੀਂ ਪਰਮੇਸ਼ਵਰ ਦੀ ਸੇਵਾ ਨਹੀਂ ਕਰ ਸਕਦੇ। ਤੁਸੀਂ ਪਰਮੇਸ਼ਵਰ ਦੀ ਸੇਵਾ ਹਰ ਹਾਲ ਵਿੱਚ ਕਰ ਸਕਦੇ ਆ, ਹਰ ਹਾਲ ਦੇ ਵਿੱਚ। ਨਹੀਂ ਜੀ ਸਾਤੋਂ ਤਾਂ ਟਾਈਮ ਨਹੀਂ ਹੈਗਾ, ਅਸੀਂ ਕਿੱਦਾਂ ਲੋਕਾਂ ਦੇ ਘਰਾਂ ਨੂੰ ਜਾ ਸਕਦੇ ਹਾਂ? ਅਸੀਂ ਤਾਂ ਨੌਕਰੀ 'ਤੇ ਜਾਂਦੇ, ਆਣ ਕੇ ਆਪਣੇ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ, ਅਸੀਂ ਪਰਮੇਸ਼ਵਰ ਦੀ ਸੇਵਾ ਨਹੀਂ ਕਰ ਸਕਦੇ। ਪਰ ਅੱਜ ਆਪਾਂ ਦੇਖਾਂਗੇ ਕਿ ਪਰਮੇਸ਼ਵਰ ਜੀ ਦੀ ਸੇਵਾ ਕਰਨੀ ਕਿੱਦਾਂ ਹੈ। ਪਰਮੇਸ਼ਵਰ ਜੀ ਦੀ ਸੇਵਾ ਕਰਨ ਦੇ ਲਈ ਜ਼ਰੂਰੀ ਨਹੀਂ ਕਿ ਹਰ ਮਨੁੱਖ ਜਿਹੜਾ ਆ ਉਹ ਪ੍ਰਚਾਰਕ ਬਣ ਕੇ ਆਪਣੀ ਨੌਕਰੀ ਨੂੰ ਛੱਡ ਕੇ ਘਰੋਂ ਨਿਕਲੇ, ਉਹ ਤਾਂ ਹੀ ਸੇਵਾ ਕਰ ਸਕਦਾ ਆ। ਪਰਮੇਸ਼ਵਰ ਜੀ ਦੀ ਸੇਵਾ, ਅਸਲ ਸੇਵਾ ਕੀ ਅੱਜ ਆਪਾਂ ਬਾਈਬਲ ਦੇ ਵਿੱਚੋਂ ਦੇਖਣਾ ਆ। ਤੇ ਜਦੋਂ ਆਪਾਂ ਦੇਖਣਾ ਆ, ਸਿਰਫ ਫੋਟੋ ਹੀ ਨਹੀਂ ਖਿੱਚਣੀਆਂ, ਵਚਨ ਦੀਆਂ ਵਚਨ ਨੂੰ ਆਪਣੇ ਅੰਦਰ ਲੈ ਲੈਣਾ ਆ, ਤਾਂ ਜੋ ਅਸੀਂ ਸੇਵਾ ਕਰਨ ਵਾਲੇ ਬਣ ਜਾਈਏ। ਹਾਲੇਲੂਇਆ, ਹਾਲੇਲੂਇਆ। ਤੇ ਆਪਾਂ ਦੇਖਾਂਗੇ ਬਾਈਬਲ ਦੇ ਵਿੱਚੋਂ, ਨਵੇਂ ਨੇਮ ਦੇ ਵਿੱਚੋਂ, ਰੋਮੀਆਂ ਦੀ ਪੁਸਤਕ, ਉਸ ਦਾ 12 ਨੰਬਰ ਅਧਿਆਏ ਤੇ ਉਸ ਦੀ 10 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਹੈ,
ਭਰਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ। ਸਭ ਤੋਂ ਫਸਟ ਕੀ ਆ? ਸਭ ਤੋਂ ਪਹਿਲਾਂ ਕੀ ਆ? ਭਰਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਰੱਖੋ। ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਹੁਕਮ ਬਾਈਬਲ ਦੇ ਵਿੱਚ ਇਹੀ ਦਿੱਤਾ ਗਿਆ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿਣਾ ਹੈ। ਖਾਉ ਵੱਡੂ ਕਰਨਾ ਤੇ ਫਿਰ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਨਾ, ਇਹ ਪਰਮੇਸ਼ਵਰ ਜੀ ਦੀ ਸੇਵਾ ਨਹੀਂ ਹੈ। ਮੰਨ ਲਵੋ ਮੈਂ ਇਸ ਜਗ੍ਹਾ ਤੇ ਖੜੀ ਬਾਈਬਲ ਦੇ ਵਿੱਚੋਂ ਤੁਹਾਨੂੰ ਵਚਨ ਦੱਸ ਰਹੀ ਹਾਂ, ਪਰ ਜਿੱਦਾਂ ਹੀ ਮੈਂ ਮੰਚ ਤੋਂ ਥੱਲੇ ਉਤਰਾਂ ਤੇ ਮੈਂ ਤੁਹਾਡੇ ਨਾਲ ਗਲਤ ਵਰਤਾਓ ਕਰਾਂ, ਤੁਹਾਡੇ ਨਾਲ ਇੱਕ ਅੱਛੇ ਸ਼ਬਦਾਂ ਵਾਲਾ ਬੋਲ ਚਾਲ ਨਾ ਰੱਖਾਂ, ਤੇ ਫਿਰ ਮੈਂ ਕਹਾਂ ਮੈਂ ਤਾਂ ਪਰਮੇਸ਼ਵਰ ਜੀ ਦੀ ਸੇਵਾ ਕਰਦੀ ਹਾਂ, ਤੇ ਪਰਮੇਸ਼ਵਰ ਜੀ ਮੇਰਾ ਇਨਕਾਰ ਕਰ ਦੇਣਗੇ ਕਿ ਇੱਦਾਂ ਦੇ ਸੇਵਾਦਾਰਾਂ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਜਿੱਦਾਂ ਜਦੋਂ ਆਪਾਂ ਕਿਤੇ ਨੌਕਰੀ ਕਰਨੀ ਹੁੰਦੀ ਆ ਤੇ ਉਹਦੇ ਲਈ ਕੁਝ ਨੇਮ ਹੁੰਦੇ ਆ, ਕੁਝ ਨਿਯਮ, ਕੁਝ ਸ਼ਰਤਾਂ ਹੁੰਦੀਆਂ ਆ ਕਿ ਬੰਦਾ 8 ਪੜ੍ਹਿਆ ਹੋਵੇ, 10 ਪੜ੍ਹਿਆ ਹੋਵੇ, ਉਹਨੂੰ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ 2 ਜਾਂ 3 ਭਾਸ਼ਾ ਬੋਲਣੀਆਂ ਆਉਂਦੀਆਂ ਹੋਣ। ਸੋ ਕਈ ਤਰ੍ਹਾਂ ਦੀ ਐਲੀਜੀਬਿਲਿਟੀ, ਕਈ ਤਰ੍ਹਾਂ ਦੀ ਖਾਸੀਅਤ ਉਹਦੇ ਅੰਦਰ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਨੌਕਰੀ ਕਰਨੀ, ਪਰਮੇਸ਼ਵਰ ਦੀ ਨੌਕਰੀ ਕਰਨੀ ਆ, ਪਰਮੇਸ਼ਵਰ ਜੀ ਦੀ ਸੇਵਾ ਕਰਨੀ ਆ, ਸਾਡੇ ਅੰਦਰ ਵੀ ਕੁਝ ਗੁਣ ਹੋਣੇ ਬਹੁਤ ਜ਼ਰੂਰੀ ਆ। ਤੇ ਉਹਨਾਂ ਗੁਣਾਂ ਦੇ ਵਿੱਚ ਸਭ ਤੋਂ ਅਹਿਮ ਗੁਣ ਹੈ ਕਿ ਸਾਡੇ ਅੰਦਰ ਪਿਆਰ ਹੋਵੇ। ਕਿੰਨੇ ਜਾਣੇ ਇਸ ਜਗ੍ਹਾ ਤੇ ਹਨ ਜਿਹੜੇ ਯਿਸੂ ਮਸੀਹ ਜੀ ਦੇ ਚੇਲੇ ਹਨ? ਤੇ ਬਾਕੀ ਕਿਹਦੇ ਚੇਲੇ ਹਨ? ਮੇਰੇ ਕਹੇ ਤੇ ਹੱਥ ਨਹੀਂ ਖੜੇ ਕਰਨੇ, ਇਹ ਸੱਚ ਆ। ਸਿਰਫ ਉਹਨਾਂ ਨੇ ਹੀ ਹੱਥ ਖੜੇ ਕੀਤੇ ਆ ਜਿਹੜੇ ਆਪਣੇ ਆਪ ਨੂੰ ਯਿਸੂ ਮਸੀਹ ਜੀ ਦੇ ਚੇਲੇ ਸਮਝਦੇ ਆ। ਇੱਥੇ ਕੋਈ ਵੀ ਪਾਸਟਰ ਜੀ ਦਾ ਚੇਲਾ ਨਹੀਂ ਆ, ਕਿਉਂਕਿ ਜਿਹੜੇ ਸ਼ਾਗਿਰਦ ਹਨ, ਜਿਹੜੇ ਚੇਲੇ ਹਨ, ਉਹ ਵਚਨ ਨੂੰ ਸੁਣ ਕੇ ਚੇਲੇ ਬਣੇ ਹਨ ਅਤੇ ਵਚਨ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਗੱਲ ਕਰਦਾ ਹੈ। ਮੇਰੇ ਖਿਆਲ ਵਿੱਚ ਇਸ ਜਗ੍ਹਾ ਤੇ ਜਿਹੜੇ ਚੇਲੇ ਬਣ ਚੁੱਕੇ ਹਨ ਉਹ ਯਿਸੂ ਮਸੀਹ ਜੀ ਦੇ ਚੇਲੇ ਹਨ। ਪਰ ਮੈਂ ਨਹੀਂ ਜਾਣਦੀ ਕਿ ਆਪਣੇ ਆਪ ਵਿੱਚ ਅਸੀਂ ਕਿਉਂ ਸ਼ਰਮ ਮਹਿਸੂਸ ਕਰਦੇ ਹਾਂ ਦੋਵੇਂ ਹੱਥ ਚੱਕ ਕੇ ਇਹ ਦੱਸਣ ਦੇ ਵਿੱਚ ਕਿ ਅਸੀਂ ਯਿਸੂ ਮਸੀਹ ਦੇ ਚੇਲੇ ਹਾਂ। ਜੇਕਰ ਸਾਨੂੰ ਦੱਸਣ ਲੱਗਿਆ ਸ਼ਰਮ ਆਉਂਦੀ ਹੈ ਤੇ ਅਸੀਂ ਸ਼ਾਗਿਰਦੀ ਪੂਰੀ ਕਿੱਦਾਂ ਕਰਾਂਗੇ? ਜੇਕਰ ਸਾਨੂੰ ਇਹ ਦੱਸਣ ਦੇ ਲੱਗਿਆ ਝਿਜਕ ਮਹਿਸੂਸ ਹੁੰਦੀ ਹੈ ਕਿ ਸਾਡਾ ਗੁਰੂ ਕੌਣ ਹੈ, ਕਿਸ ਦੇ ਅਸੀਂ ਚੇਲੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਕਿ ਉਸ ਗੁਰੂ ਦੀ ਸੇਵਾ ਅਸੀਂ ਪ੍ਰੋਪਰ ਤਰੀਕੇ ਦੇ ਨਾਲ, ਸਹੀ ਢੰਗ ਦੇ ਨਾਲ ਕਰ ਸਕਾਂਗੇ। ਅਤੇ ਵਚਨ ਵਿੱਚ ਇਦਾਂ ਲਿਖਿਆ ਹੈ, ਜੇ ਤੁਸੀਂ ਲੋਕਾਂ ਦੇ ਸਾਹਮਣੇ ਮੇਰਾ ਇਨਕਾਰ ਕਰੋਗੇ ਤੇ ਮੈਂ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰ ਦੇਵਾਂਗਾ। ਪਰ ਜੇ ਤੁਸੀਂ ਆਪਣੇ ਬੁੱਲਾਂ ਤੋਂ ਇਕਰਾਰ ਕਰੋਗੇ ਤਾਂ ਪਿਤਾ ਦੇ ਸਾਹਮਣੇ ਪਿਤਾ ਦਾ ਪੁੱਤਰ ਸਾਡੇ ਲਈ ਸਿਫਾਰਿਸ਼ ਕਰੇਗਾ। ਹਾਲੇਲੂਇਆ। ਸੋ ਚੇਲੇ ਬਣਨ ਦੇ ਲਈ, ਸੇਵਕ ਬਣਨ ਦੇ ਲਈ ਸਾਡੇ ਅੰਦਰ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸੇਵਾਦਾਰ ਖੜੇ ਹਨ ਤੇ ਉਹ ਤੁਹਾਨੂੰ ਬੜੇ ਹੀ ਪਿਆਰ ਨਾਲ ਕਹਿੰਦੇ ਹਨ, ਆਓ ਜੀ ਇੱਥੇ ਬੈਠੋ, ਆਓ ਜੀ ਬੱਚਿਆਂ ਵਾਲੇ ਥੋੜਾ ਪਿੱਛੇ ਬੈਠੋ, ਤੇ ਜਿਨ੍ਹਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅੱਗੋਂ ਕਹਿੰਦੇ ਤੁਸੀਂ ਆਪਣੇ ਆਪ ਨੂੰ ਬਹੁਤ ਸਮਝਦੇ ਆ, ਤੁਸੀਂ ਇੱਥੇ ਸੂਬੇਦਾਰ ਲੱਗੇ ਆ। ਜਿਹੜੇ ਤੁਹਾਡੇ ਬਿਠਾਉਣ ਦੇ ਇੰਤਜ਼ਾਮ ਲਈ ਖੜੇ ਹਨ ਇਹ ਤਨਖਾਹ ਲੈ ਕੇ ਖੜੇ ਨਹੀਂ ਹਨ। ਇਹਨਾਂ ਦਾ ਵੀ ਦਿਲ ਕਰਦਾ ਕਿ ਬੜੇ ਆਰਾਮ ਨਾਲ ਕੁਰਸੀ ਤੇ ਬੈਠ ਕੇ ਲੱਤ ਉੱਤੇ ਲੱਤ ਰੱਖ ਕੇ ਵਚਨ ਸੁਣਨ ਅਤੇ ਆਪਣੇ ਹਿੱਸੇ ਦੀ ਬਰਕਤ ਲੈ ਕੇ ਘਰ ਨੂੰ ਚਲੇ ਜਾਣ। ਪਰ ਪਰਮੇਸ਼ਵਰ ਨੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਤੁਹਾਡੇ ਲਈ ਸੇਵਾ ਪਾਈ ਹੈ, ਕਿਉਂਕਿ ਪਰਮੇਸ਼ਵਰ ਦੀ ਸੇਵਾ ਇਹੀ ਹੈ ਜਦੋਂ ਅਸੀਂ ਦੂਜੇ ਦੇ ਲਈ, ਪਰਮੇਸ਼ਵਰ ਦੇ ਹੱਥਾਂ ਦੇ ਬਣਾਇਆ ਹੋਇਆਂ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ। ਇਹੀ ਤਾਂ ਪਰਮੇਸ਼ਵਰ ਜੀ ਦੀ ਸੇਵਾ ਹੈ।
परमेश्वर जी नूं तुसीं नंगीਆਂ ਅੱਖਾਂ ਨਾਲ नहीं देख सकते। ਇਹ जिस्मानी ਅੱਖਾਂ ਦੇ ਨਾਲ ਤੁਸੀਂ परमेश्वर जी ਨੂੰ नहीं देख सकते। ਤੇ ਜਿਸ परमेश्वर ਨੂੰ ਤੁਸੀਂ ਇਹਨਾਂ ਅੱਖਾਂ ਦੇ ਨਾਲ देख नहीं सकते, उस परमेश्वर जी ਦੀ ਤੁਸੀਂ सेवा किस तरीके ਨਾਲ कर सकते हो? ਕੀ ਤੁਸੀਂ ਅਜੇ ਇਹੀ ਉਡੀਕ ਕਰ ਰਹੇ ਹੋ ਕਿ ਇੱਕ ਜਿਸਮ ਤੁਹਾਡੇ ਅੱਗੇ ਆਣ ਕੇ ਕਹੇਗਾ ਮੈਂ ਪਰਮੇਸ਼ਵਰ ਹਾਂ, ਆਓ ਤੇ ਮੇਰੇ ਪੈਰ ਧੋਵੋ, ਆਓ ਤੇ ਮੈਨੂੰ ਕੁਰਸੀ ਤੇ ਬਿਠਾਓ, ਆਓ ਤੇ ਮੈਨੂੰ ਇੱਕ ਸਿੰਘਾਸਨ ਲਗਾ ਕੇ ਦੇਵੋ? ਜੇਕਰ ਤੁਸੀਂ ਇਸ ਤਰ੍ਹਾਂ ਦੇ ਪਰਮੇਸ਼ਵਰ ਦਾ ਇੰਤਜ਼ਾਰ ਕਰ ਰਹੇ ਹੋ ਤੇ ਸਾਰੀ ਜ਼ਿੰਦਗੀ ਤੁਸੀਂ ਇੰਤਜ਼ਾਰ ਹੀ ਕਰਦੇ ਰਹਿ ਜਾਵੋਗੇ। पर परमेश्वर जी का सिंहासन इस जगह ते लग्या होया है अते उन्हां नूं ही नजर आवेगा जिन्हां दियां आत्मक अखां खुल गईयां हन। क्योंकि कोई मनुख परमेश्वर दे बैठन दे लई सिंहासन तैयार नहीं कर सकता, क्योंकि वचन दे विच लिखिया आकाश मेरा सिंहासन है ते धरती मेरे पैर रखण दी चौंकी है। ਤੁਸੀਂ ਕਿਹੋ ਜਿਹਾ ਘਰ ਉਹਦੇ ਲਈ ਤਿਆਰ ਕਰੋਗੇ ਕਿ ਜਿਸ ਜਗ੍ਹਾ ਤੇ ਉਹ ਆਣ ਕੇ ਆਪਣਾ ਡੇਰਾ ਲਾਵੇ? ਜਿਹੜੇ ਪਰਮੇਸ਼ਵਰ ਜੀ ਦੀ ਸੇਵਾ ਕਰਨੀ ਚਾਹੁੰਦੇ ਹਨ ਜਾਂ ਕਰ ਰਹੇ ਹਨ, ਉਹਨਾਂ ਦੇ ਲਈ ਇਹੀ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਪਿਆਰ ਦੇ ਨਾਲ ਭਰ ਲੈਣ, ਉਹਨਾਂ ਦੇ ਅੰਦਰ ਪਿਆਰ ਭਰਿਆ ਹੋਵੇ। ਤੇ ਮੈਂ ਕਿਸੇ ਦੇ ਘਰ ਪਿਛਲੇ ਹਫਤੇ एक अफसोस दे लई गई तो उन्होंने इन्नी सोहनी गल की, हालांकि वह बाइबल नूं पढ़न वाला इंसान नहीं सी, वो यसु मसीह नूं जानन वाला इंसान नहीं सी। पर जरूरी नहीं कि असीं सिर्फ उत्थों ही सीखते हाँ जेड़े सिर्फ बाइबल के अनुसार चलते हैं, पर असीं एक छोटे बच्चे दे कोलों भी कोई चंगा गुण सीख सकते हैं। तो असी इंसान ने एक गल कही, कहंदा भैन जी जेकर साडे दिल दे विच प्यार होवे तां इस धरती दे उत्तों हर प्रकार दे झगड़े मुक जाणगे। कहंदा फिर ये झगड़ा नहीं रहूगा कि मैं किहदा प्रचार कर रहा ते तू किहदा प्रचार कर रही हाँ, असी एक थां ते बैठ सकते हैं कि नहीं बैठ सकते, असी एक दूजे नाल गल कर सकते हैं कि नहीं कर सकते, क्योंकि मैं जानता हाँ परमेश्वर एक है अते तुसी भी मंच ते खड़े होके यही कहंदे हो कि परमेश्वर एक है। अते जेकर परमेश्वर एक है, इक्को दे लई असी खड़े होए हाँ, तो फिर असी लड़दे क्यों हाँ? क्योंकि तेरे परमेश्वर ने भी यही हुक्म दिता कि तुसी प्यार करो, ते मैनू भी परमेश्वर ने यही सिखाया कि तुसी प्यार करो। फिर परमेश्वर तो एक दूजे नाल झगड़ नहीं सकता, क्योंकि वो तो है ही एक। जे असी लड़ाइयां लड़ते हाँ तो मतलब ये है कि असी ओदी सिक्ख्या नूं फॉलो नहीं करते, असी ओदी सिक्ख्या दे उत्ते नहीं चलते, क्योंकि साडे अंदर अजे प्यार नहीं आया। ते जदों साडे अंदर प्यार आ जाएगा तो फिर सानू यही नज़र आएगा कि इसनू भी मेरे परमेश्वर ने बनाया, इसनू भी मेरे परमेश्वर ने बनाया, मैं किद्दां इहदे नाल लड़ सकदा हाँ? मेरे परमेश्वर ने तो प्यार करन लई कहा है। जदों मैं इहदे नाल झगड़ा करांगा, जदों मैनू उच्चा नीवा बोलांगा तो मेरे परमेश्वर का हुक्म मेरे कोलों टुट जाएगा, अते जदों मैं परमेश्वर का हुक्म तोड़ांगा तो मैं एक गुनाह कर बैठांगा। ये सच्ची एक चंगी सिक्ख्या सी मेरे लिए। ते बाइबल तो सानू किन्नी वारी ये गल सिखालदा है कि तुसी प्यार करो, एक दूजे नाल प्यार करो। इत्थे भी इदां ही लिखिया, भरपण दे प्रेम विच एक दूए नाल गूढ़ा हित रखो, आदर विच दूए नू चंगा समझो। ਜਿਹੜੇ सेवादार ਹਨ ਉਹ ਇਹ ਨਾ ਸਮਝਣ ਕਿ ਅਸੀਂ ਇੱਕ ਖਾਸ ਪੋਸਟ ਤੇ ਹਾਂ ਤੇ ਜਿਹੜੇ ਬਾਕੀ ਆਏ ਹਨ ਅਸੀਂ ਇਹਨਾਂ ਦੇ ਨਾਲੋਂ ਬਹੁਤ ਹੀ ਉੱਚੇ ਥਾਂ ਤੇ ਹਾਂ, ਇਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ। ਅਤੇ ਆਉਣ ਵਾਲੇ ਇਹ ਨਾ ਸਮਝਣ ਕਿ ਜਿਹੜੇ ਸੇਵਾਦਾਰ ਹਨ ਇਹ ਤਾਂ ਕੋਈ ਨੌਕਰ ਹਨ, ਸਾਡੇ ਲਈ ਖੜੇ ਕੀਤੇ ਗਏ ਹਨ ਤੇ ਅਸੀਂ ਕੁਝ ਖਾਸ ਹਾਂ, ਅਸੀਂ ਇਹਨਾਂ ਦੇ ਨਾਲ ਜਿੱਦਾਂ ਮਰਜ਼ੀ ਦੁਰਵਿਹਾਰ ਕਰ ਸਕਦੇ ਹਾਂ। ਪਰ ਉਹ ਕੀ ਕਹਿੰਦਾ, ਇੱਕ ਦੂਏ ਨੂੰ आदर दिओ, एक दूजे की रिस्पैक्ट करो, क्योंकि तुहानू भी परमेश्वर ने सद्या ते इन्हां नू भी परमेश्वर ने खड़ा किया है।
ਜੇ ਤੁਹਾਨੂੰ ਸੱਦਾ ਦੇਣ ਵਾਲਾ ਇੱਕ ਹੈ, ਤੁਹਾਨੂੰ ਚੁਣਨ ਵਾਲਾ ਇੱਕ ਹੈ, ਤੇ ਉਹ ਤੁਹਾਡੇ ਵਿੱਚ ਫਰਕ ਨਹੀਂ ਕਰਦਾ। ਤੇ ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ ਤੇ ਅਸੀਂ ਪਰਮੇਸ਼ਵਰ ਜੀ ਦੇ ਹੁਕਮ ਨੂੰ ਮੰਨਦੇ ਹਾਂ। ਅਤੇ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਹੁਕਮਾਂ ਨੂੰ ਮੰਨਦੇ ਹਾਂ, ਇਹੀ ਤਾਂ ਪਰਮੇਸ਼ਵਰ ਦੀ ਸੇਵਾ ਹੈ, ਇਹੀ ਤਾਂ ਅਸੀਂ ਉਸ ਦੀ ਸੇਵਾ ਕਰਦੇ ਹਾਂ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਤੇ ਅਸੀਂ ਪਰਮੇਸ਼ਵਰ ਦੀ ਸੇਵਾ ਕਰਦੇ ਹਾਂ, ਭਾਵ ਅਸੀਂ ਪਰਮੇਸ਼ਵਰ ਜੀ ਦੇ ਹੁਕਮ ਨੂੰ ਮੰਨਦੇ ਹਾਂ, ਕਿਉਂਕਿ ਉਹਦਾ ਹੁਕਮ ਹੈ ਜਾਓ ਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਅਦਰਵਾਈਜ਼ ਪ੍ਰਚਾਰ ਕਰਨਾ ਕੋਈ ਸੇਵਾ ਨਹੀਂ ਹੈ, ਪਰ ਇੱਕ ਹੁਕਮ ਨੂੰ ਮੰਨ ਰਹੇ ਹਾਂ, ਇਸ ਲਈ ਇਹ ਇੱਕ ਸੇਵਾ ਹੈ। ਤੇ ਜੇਕਰ ਅਸੀਂ ਇਹ ਵੀ ਹੁਕਮ ਮੰਨਣਾ ਸ਼ੁਰੂ ਕਰ ਦਈਏ ਕਿ ਇੱਕ ਦੂਜੇ ਨੂੰ ਪਿਆਰ ਕਰੋ, ਤੇ ਇਹਦਾ ਮਤਲਬ ਜਦੋਂ ਅਸੀਂ ਇਸ ਹੁਕਮ ਨੂੰ ਮੰਨਾਂਗੇ ਤੇ ਅਸੀਂ ਇੱਕ ਸੇਵਾ ਕਰ ਰਹੇ ਹਾਂ। ਜਦੋਂ ਸਾਨੂੰ ਕੋਈ ਦੁਖੀ ਇਨਸਾਨ ਮਿਲਦਾ ਹੈ ਤੇ ਅਸੀਂ ਉਹਦੇ ਨਾਲ ਜਾ ਕੇ ਪਿਆਰ ਵਾਲੇ ਸ਼ਬਦ ਬੋਲੀਏ, ਅਸੀਂ ਉਹਦੇ ਨਾਲ ਪਿਆਰ ਵਾਲੇ ਅੱਖਰਾਂ ਨਾਲ ਗੱਲ ਕਰੀਏ, ਉਹਨੂੰ ਦਿਲਾਸਾ ਦਈਏ, ਉਹਨੂੰ ਪਰਮੇਸ਼ਵਰ ਦੇ ਬਾਰੇ ਵਿੱਚ ਦੱਸੀਏ, ਇਹੀ ਤਾਂ ਸੇਵਾ ਹੈ। ਕਿਸੇ ਕੋਈ ਡਿੱਗ ਗਿਆ ਆ, ਅਸੀਂ ਉਹਨੂੰ ਜਾ ਕੇ ਚੱਕ ਲਈਏ, ਅਸੀਂ ਉਹਨੂੰ ਪਾਣੀ ਦਾ ਗਲਾਸ ਪਿਆਈਏ, ਇਹੀ ਤਾਂ ਸੇਵਾ ਹੈ। ਉਸ ਵੇਲੇ ਤੁਸੀਂ ਇਹ ਨਾ ਸਮਝੋ ਮੈਂ ਮਨੁੱਖ ਦੀ ਸੇਵਾ ਕਰ ਰਿਹਾ ਹਾਂ, ਪਰ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਸੇਵਾ ਕਰ ਰਹੇ ਹੋ, ਕਿਉਂਕਿ ਤੁਸੀਂ ਉਹਦੇ ਦੱਸੇ ਹੁਕਮਾਂ ਦੇ ਉੱਤੇ ਚੱਲ ਰਹੇ ਹੋ। ਹਾਲੇਲੂਇਆ। 11 ਨੰਬਰ ਦੇ ਵਿੱਚ ਲਿਖਿਆ ਹੈ, ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ। ਹਾਲੇਲੂਇਆ। ਹੁਣ ਵਚਨ ਇਦਾਂ ਦੱਸਦਾ, ਮਿਹਨਤ ਵਿੱਚ ਢਿੱਲੇ ਨਾ ਹੋਵੋ। ਮਿਹਨਤ ਜਿਹੜੀ ਆ ਉਹ ਦਿਮਾਗ ਇਕੱਲੇ ਨਾਲ ਨਹੀਂ ਹੁੰਦੀ, ਉਹਦੇ 'ਚ ਸਾਨੂੰ ਜਿਸਮ ਦਾ ਵੀ ਇਸਤੇਮਾਲ ਕਰਨਾ ਪੈਂਦਾ, ਆਪਣਾ ਜ਼ੋਰ ਵੀ ਸਾਨੂੰ ਵਰਤਣਾ ਪੈਂਦਾ ਆ। ਸੋ ਵਚਨ ਲਿਖਦਾ, ਮਿਹਨਤ ਵਿੱਚ ਢਿੱਲੇ ਨਾ ਹੋਵੋ। ਹੁਣ ਕਿਹੜੀ ਮਿਹਨਤ ਕਰਨੀ ਆ ਪਰਮੇਸ਼ਵਰ ਜੀ ਦੀ ਸੇਵਾ ਕਰਨ ਦੇ ਲਈ? ਤੁਸੀਂ ਕਹੋਗੇ ਅਸੀਂ ਤਾਂ ਜੀ ਦਿਹਾੜੀ ਕਰਦੇ, ਅਸੀਂ ਤਾਂ ਮਿਹਨਤ ਕਰ ਰਹੇ ਹਾਂ। ਉਹ ਤੁਸੀਂ ਮਿਹਨਤ ਕਰ ਰਹੇ ਹੋ ਆਪਣੀ ਫੈਮਿਲੀ ਨੂੰ ਪਾਲਣ ਦੇ ਲਈ, ਆਪਣੇ ਘਰ ਨੂੰ ਚਲਾਉਣ ਦੇ ਲਈ, ਆਪਣੀਆਂ ਨਿੱਜੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ। ਉਹ ਮਿਹਨਤ ਤੁਹਾਡੇ ਲਈ ਹੈ। ਪਰ ਇੱਕ ਖਾਸ ਮਿਹਨਤ ਜਿਹੜੀ ਅਸੀਂ ਪਰਮੇਸ਼ਵਰ ਦੇ ਸੇਵਾ ਦੇ ਵਿੱਚ ਕਰਨੀ ਹੈ, ਉਹ ਕਿਹੜੀ ਮਿਹਨਤ ਹੈ? ਉਹ ਮਿਹਨਤ ਇਹ ਹੀ ਨਹੀਂ ਹੈ ਕਿ ਅਸੀਂ 8 ਵਜੇ ਆ ਗਏ ਤੇ 8 ਵਜੇ ਚੌਂਕੜਾ ਮਾਰ ਕੇ ਬੈਠ ਗਏ। ਉਹ ਮਿਹਨਤ ਇਹ ਹੈ ਕਿ ਜਿੰਨੇ 8:30 ਵਜੇ ਆਉਣਾ ਹੈ, ਮੈਂ ਉਹਦੇ ਲਈ ਕੀ ਕਰ ਸਕਦੀ ਹਾਂ, ਮੈਂ ਉਹਦੇ ਲਈ ਕੀ ਕਰ ਸਕਦਾ ਹਾਂ। ਇਹ ਮੇਰਾ ਘਰ ਹੈ, ਇਹ ਮੇਰਾ ਚਰਚ ਹੈ। ਕਿੰਨੇ ਜਣਿਆਂ ਨੇ ਇਸ ਚਰਚ ਨੂੰ ਬਣਾਉਣ ਦੇ ਲਈ ਆਪਣਾ ਯੋਗਦਾਨ ਪੈਸੇ ਦੇ ਰਾਹੀਂ ਪਾਇਆ? ਮੇਰੇ ਖਿਆਲ 'ਚ ਜਿੰਨੇ ਇੱਥੇ ਬੈਠੇ ਸਾਰਿਆਂ ਨੇ। ਤੇ ਜਿਸ ਚੀਜ਼ ਉੱਤੇ ਪੈਸਾ ਖਰਚ ਕਰਦੇ ਹਾਂ, ਮੇਰੀ ਸੋਚ ਹੈ ਕਿ ਅਸੀਂ ਉਹਦੇ ਲਈ ਬਹੁਤ ਕੇਅਰਿੰਗ ਹੁੰਦੇ ਹਾਂ। ਜਦੋਂ ਅਸੀਂ ਆਪਣਾ ਘਰ ਬਣਾਉਂਦੇ ਹਾਂ, ਨਵਾਂ ਘਰ ਬਣਾਉਂਦੇ ਹਾਂ, ਤੇ ਅਸੀਂ ਉਹਦੇ ਲਈ ਬਹੁਤ ਜ਼ਿਆਦਾ ਕੇਅਰਿੰਗ ਹੁੰਦੇ, ਬਹੁਤ ਜ਼ਿਆਦਾ ਅਸੀਂ ਸੋਚਦੇ ਹਾਂ ਕਿ ਮੈਂ ਇਹਦੇ ਉੱਤੇ ਪੈਸਾ ਖਰਚ ਕੀਤਾ ਹੈ। ਜਦੋਂ ਅਸੀਂ ਨਵਾਂ ਪੇਂਟ ਕਰਾਉਂਦੇ, ਬੱਚਿਆਂ ਨੂੰ ਕਹਿੰਦੇ ਹੁਣ ਤੋਂ ਤੂੰ ਇਹਦੇ ਤੇ ਲੀਕਾਂ ਨਹੀਂ ਮਾਰਨੀਆਂ, ਹੁਣ ਤੋਂ ਤੂੰ ਇਹਦੇ ਉੱਤੇ ਲਿਖਣਾ ਨਹੀਂ ਆ, ਇਹਦੇ ਤੇ ਬਹੁਤ ਪੈਸੇ ਲੱਗੇ ਆ। ਹਾਲੇਲੂਇਆ। ਇਦਾਂ ਹੀ ਕਰਦੇ ਆਪਾਂ ਆਪਣੇ ਘਰਾਂ ਵਿੱਚ। ਫਿਰ ਆਪਾਂ ਜਿਹੜੀ ਵੀ ਚੀਜ਼ ਲਿਆਉਣੇ, ਇਹ ਪੈਸਿਆਂ ਦੀ ਆਈ ਆ, ਇਹਨੂੰ ਸਾਂਭਣਾ ਆ, ਆਪਾਂ ਸਾਰੀ ਫੈਮਿਲੀ ਨੂੰ ਦੱਸਦੇ ਹਾਂ। ਤੁਹਾਡਾ ਸਾਰਿਆਂ ਦਾ ਧਨ ਇਸ ਜਗ੍ਹਾ ਤੇ ਲੱਗਿਆ, ਤੇ ਇਹ ਚਰਚ ਕਿਹਦੀ ਆ? ਕੀ ਤੁਸੀਂ ਇਸ ਨੂੰ ਆਪਣੀ ਨਹੀਂ ਸਮਝਦੇ? ਕਿਹਦੀ ਆ ਇਹ ਚਰਚ? ਤੁਹਾਡੀ ਆ ਇਹ ਚਰਚ। ਇਹ ਸਾਡੀ ਸਭਨਾਂ ਦੀ ਪ੍ਰਾਪਰਟੀ ਹੈ, ਸਾਡਾ ਸਾਰਿਆਂ ਦਾ ਹਿੱਸਾ ਇਹਦੇ ਵਿੱਚ ਪਿਆ ਹੈ। ਤੇ ਫਿਰ ਤੁਸੀਂ ਇੰਨੇ ਗੈਰ ਜ਼ਿੰਮੇਦਾਰ ਕਿੱਦਾਂ ਹੋ ਸਕਦੇ ਹੋ? ਜੇਕਰ ਕੋਈ ਜਣਾ ਇੱਥੇ ਆਣ ਕੇ ਕੁਝ ਖਰਾਬੀ ਕਰਦਾ, ਤੁਹਾਡੇ ਦਿਲ ਨੂੰ ਦੁੱਖ ਨਹੀਂ ਲੱਗਦਾ ਕਿ 100, 50 ਲੱਖ, 1000 ਜਾਂ ਜਿੰਨਾ ਵੀ ਤੁਸੀਂ ਯੋਗਦਾਨ ਪਾਇਆ, ਮੈਂ ਵੀ ਇਹਦੇ ਵਿੱਚ ਯੋਗਦਾਨ ਪਾਇਆ, ਇਹ ਬੰਦਾ ਆਣ ਕੇ ਇਸ ਨੂੰ ਖਰਾਬ ਕਰ ਰਿਹਾ? ਕੀ ਤੁਹਾਨੂੰ ਦੁੱਖ ਨਹੀਂ ਲੱਗਦਾ? ਜੇਕਰ ਬਾਥਰੂਮ ਬਣੇ ਹਨ ਤਾਂ ਉਹ ਕਿਹਦੇ ਪੈਸੇ ਨਾਲ ਬਣੇ ਹਨ? ਤੁਹਾਡੇ ਹੀ ਤਾਂ ਪੈਸੇ ਨਾਲ ਬਣੇ ਹਨ। ਤੁਸੀਂ ਪੈਸੇ ਦੇ ਰਹੇ ਹੋ ਤੇ ਤੁਸੀਂ ਖੁਦ ਹੀ ਉਹਨੂੰ ਖਰਾਬ ਕਰ ਰਹੇ ਹੋ।
ਜੇਕਰ ਤੁਸੀਂ ਪਰਮੇਸ਼ਵਰ ਦੀ ਹੈਕਲ ਅਸਲ ਵਿੱਚ ਕਿੱਦਾਂ ਦੀ ਹੁੰਦੀ ਹੈ ਤਾਂ ਤੁਸੀਂ ਸੈਮੂਅਲ ਨੂੰ ਪੜ੍ਹ ਸਕਦੇ ਹੋ। ਤੁਹਾਨੂੰ ਨਜ਼ਰ ਆਵੇਗੀ ਉਸ ਜਗ੍ਹਾ ਤੇ ਕਿ ਪਰਮੇਸ਼ਵਰ ਦੀ ਜਿਹੜੀ ਪਵਿੱਤਰ ਹੈਕਲ ਹੈ, ਪਰਮੇਸ਼ਵਰ ਦਾ ਘਰ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਵੇ, ਉਹ ਕਿੱਦਾਂ ਦਾ ਹੋਣਾ ਚਾਹੀਦਾ ਤੁਸੀਂ ਪੜ੍ਹ ਸਕਦੇ ਆ। ਤੁਹਾਡਾ ਆਪੇ ਹੀ ਦਿਲ ਕਰਨਾ ਕਿ ਅਸੀਂ ਇਦਾਂ ਕਰਨਾ ਆ। ਇਹੀ ਤਾਂ ਪਰਮੇਸ਼ਵਰ ਦੀ ਸੇਵਾ ਹੈ। ਸਾਨੂੰ ਚਾਹੀਦਾ, ਤੁਸੀਂ ਦੇਖੋ ਅੱਜ ਤੁਸੀਂ ਸਾਰੇ ਜਾਣੇ ਆਪਣੇ ਕੰਮਾਂ ਨੂੰ ਛੱਡ ਕੇ ਆਏ ਹੋ। ਬਹੁਤ ਸਾਰਿਆਂ ਨੇ ਆਪਣੀ ਜੌਬ ਤੋਂ ਛੁੱਟੀ ਕੀਤੀ ਹੈ ਤੇ ਜੇਕਰ ਤੁਸੀਂ ਛੁੱਟੀ ਕਰਕੇ ਆਏ ਹੋ, ਵਚਨ ਸ਼ੁਰੂ ਹੋਇਆ 12 ਵਜੇ, ਮੀਟਿੰਗ ਸ਼ੁਰੂ ਹੋਈ 10:30 ਵਜੇ, ਪਰ ਬਹੁਤ ਸਾਰੇ ਉਸ ਤੋਂ ਪਹਿਲਾਂ ਆ ਗਏ। ਉਹਨਾਂ ਨੇ ਕੀ ਕੰਮ ਕੀਤਾ, ਕਿਹੜੀ ਮਿਹਨਤ ਕੀਤੀ। ਆਪਣਾ ਸਾਰਿਆਂ ਦਾ ਫਰਜ਼ ਬਣਦਾ ਇੱਕ ਮਿਹਨਤ ਕਰਨੀ। ਅਸੀਂ ਆਣ ਕੇ ਦੇਖੀਏ ਕੂਲਰ ਦੇ ਵਿੱਚ ਪਾਣੀ ਹੈਗਾ, ਇਹ ਨਹੀਂ ਕਿ ਚਿੱਟੀ ਵਰਦੀ ਵਾਲਾ ਆਊਗਾ ਬਾਲਟੀ ਚੱਕ ਕੇ ਤੇ ਉਹੀ ਪਾਣੀ ਪਾਊਗਾ। ਮਿਹਨਤ ਕਰਨੀ ਆ, ਇਹ ਸੋਚ ਕੇ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਕਿ ਇਹ ਮੇਰਾ ਫਰਜ਼ ਨਹੀਂ ਆ, ਇਹੀ ਸੋਚ ਕੇ ਕਰ ਲਵੋ ਕਿ ਬਾਈਬਲ ਵਿੱਚ ਲਿਖਿਆ ਮਿਹਨਤ ਵਿੱਚ ਢਿੱਲੇ ਨਾ ਪਵੋ। ਦਰੀਆਂ ਵਿਛਣ ਵਾਲੀਆਂ ਆ, ਇਹ ਨਾ ਸੋਚੋ ਕਿ ਮੇਰੇ ਗਲ ਦੇ ਵਿੱਚ ਉਹ ਆਈ ਕਾਰਡ ਨਹੀਂ ਪਾਇਆ ਗਿਆ, ID ਨਹੀਂ ਪਾਈ ਗਈ ਜਿਹਦੇ ਉੱਤੇ ਲਿਖਿਆ ਕਿ ਇਹ ਸੇਵਾਦਾਰ ਆ, ਤੇ ਮੈਂ ਕਿਉਂ ਵਿਛਾਵਾਂ, ਮੇਰੇ ਤੇ ਗਲ ਵਿੱਚ ਕਾਰਡ ਨਹੀਂ ਹੈਗਾ। ਪਰ ਵਚਨ ਦੇ ਵਿੱਚ ਲਿਖਿਆ ਮਿਹਨਤ ਵਿੱਚ ਢਿੱਲੇ ਨਾ ਹੋਵੋ। ਜਿਹੜੀ ਵੀ ਮਿਹਨਤ ਕਰਨੀ ਤੁਹਾਨੂੰ ਨਜ਼ਰ ਆਉਂਦੀ ਬਸ ਕਰ ਦਿਓ। ਇਹ ਤੁਹਾਡਾ ਘਰ ਹੈ, ਇਹ ਤੁਹਾਡੀ ਪ੍ਰਾਪਰਟੀ ਆ ਅਤੇ ਇਹ ਪਰਮੇਸ਼ਵਰ ਨੇ ਸਾਨੂੰ ਬਖਸ਼ੀ ਆ। ਤੇ ਇਹਦੇ ਵਿੱਚ ਜਦੋਂ ਅਸੀਂ ਸੇਵਾ ਕਰਦੇ, ਅਸੀਂ ਪਰਮੇਸ਼ਵਰ ਜੀ ਦੀ ਸੇਵਾ ਕਰਦੇ ਹਾਂ। ਜੇ ਤੁਹਾਨੂੰ ਲੱਗਦਾ ਕੋਈ ਵੀਲ ਚੇਅਰ ਤੇ ਆਉਣ ਵਾਲਾ ਆ ਪਰ ਵੀਲ ਚੇਅਰ ਫ੍ਰੀ ਨਹੀਂ ਹੈਗੀ, ਉਹਦੀ ਕੁਰਸੀ ਨੂੰ ਚੱਕ ਕੇ ਲੈ ਆਵੋ। ਕੋਈ ਰੋਗੀ ਨਜ਼ਰ ਆਉਂਦਾ, ਉਹਨੂੰ ਪਾਣੀ ਦਾ ਗਲਾਸ ਪਿਆ ਦਿਓ। ਇਹੀ ਤਾਂ ਪਰਮੇਸ਼ਵਰ ਜੀ ਦੀ ਸੇਵਾ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਵਚਨ ਤੋਂ ਬਾਹਰ ਸਿਰਫ ਹੈਕਲ ਦੀ ਸੰਭਾਲ ਦੇ ਲਈ ਪ੍ਰਚਾਰ ਕਰ ਰਹੀ ਹਾਂ, ਤੇ ਆਪਣੀ ਗਲਤਫਹਿਮੀ ਕੱਢ ਦਿਓ। ਆਪਾਂ ਵਚਨ ਚੋਂ ਇਹ ਚੀਜ਼ ਪੜ੍ਹ ਰਹੇ ਹਾਂ। ਇੱਕ ਦੂਜੇ ਨਾਲ ਪਿਆਰ ਕਰਨਾ ਪਰਮੇਸ਼ਵਰ ਦੀ ਸੇਵਾ ਕਰਨਾ ਹੈ। ਮਿਹਨਤ ਕਰਨੀ ਪਰਮੇਸ਼ਵਰ ਜੀ ਦੀ ਸੇਵਾ ਕਰਨਾ ਹੈ। ਫਿਰ ਉਹ ਕੀ ਕਹਿੰਦਾ, ਆਤਮਾ ਵਿੱਚ ਸਰਗਰਮ ਰਹੋ। ਇਹ ਨਹੀਂ ਕਿ ਤੁਸੀਂ ਆਤਮਾ ਵਿੱਚ ਢਿੱਲੇ ਹੋਵੋ। ਤੁਹਾਡੀ ਸਪਿਰਿਟ ਜਿਹੜੀ ਆ ਉਹਦੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ। ਮੈਂ ਸੇਵਾ ਕਰਾਂਗਾ, ਮੈਂ ਪਰਮੇਸ਼ਵਰ ਦੇ ਲਈ ਅਤੇ ਪਰਮੇਸ਼ਵਰ ਦੇ ਲੋਕਾਂ ਲਈ ਜ਼ਰੂਰ ਕੁਝ ਕਰਾਂਗਾ। ਜੋ ਕਰ ਸਕਦਾ ਹਾਂ ਮੈਂ ਕਰਾਂਗਾ। ਇਹ ਜ਼ਰੂਰੀ ਨਹੀਂ ਕਿ ਸਾਰੇ ਕੰਮ ਪੈਸੇ ਨਾਲ ਹੁੰਦੇ ਹਨ। ਬਹੁਤ ਸਾਰੇ ਕੰਮ ਹਨ ਜਿਹੜੇ ਵਿਜ਼ਡਮ ਦੇ ਨਾਲ ਹੁੰਦੇ ਹਨ, ਬੁੱਧ ਨਾਲ ਹੁੰਦੇ ਹਨ, ਅਤੇ ਬਹੁਤ ਸਾਰੇ ਕੰਮ ਹਨ ਜਿਹੜੇ ਅਸੀਂ ਜ਼ੁਬਾਨ ਦੇ ਰਾਹੀਂ ਕਰ ਸਕਦੇ ਹਾਂ। ਬਹੁਤ ਸਾਰੇ ਕੰਮ ਅਸੀਂ ਆਪਣੇ ਹੱਥਾਂ ਦੇ ਨਾਲ ਕਰ ਸਕਦੇ ਹਾਂ। ਤੁਹਾਨੂੰ ਕੋਈ ਕਮੀ ਨਜ਼ਰ ਆਉਂਦੀ ਹੈ, ਤੁਸੀਂ ਆਫਿਸ ਦੇ ਵਿੱਚ ਜਾ ਕੇ ਸੁਜੈਸ਼ਨ ਦਿਓ ਕਿ ਆਪਣੀ ਚਰਚ ਇਹ ਚੀਜ਼ ਹੋਣੀ ਚਾਹੀਦੀ ਹੈ ਅਤੇ ਆਪਣੀ ਚਰਚ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਅਸੀਂ ਕਿੱਦਾਂ ਆਉਣ ਵਾਲੇ ਰੋਗੀ ਜਿਹੜੇ ਆ, ਕਿੱਦਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਕਿੱਦਾਂ ਦੀਨ ਦੁਖੀਆਂ ਦੀ ਆਪਾਂ ਮਦਦ ਕਰ ਸਕਦੇ ਹਾਂ। ਕੀ ਤੁਸੀਂ ਸੋਚਦੇ ਹੋ ਕਿ ਇੱਕ ਹੀ ਮਨੁੱਖ ਉਹ ਦਰੀਆਂ ਵੀ ਵਿਛਾਵੇ, ਕੂਲਰ ਵੀ ਲਗਾਵੇ, ਪ੍ਰਚਾਰ ਵੀ ਕਰੇ ਤੇ ਫਿਰ ਹਜ਼ਾਰਾਂ ਮਨੁੱਖਾਂ ਦੇ ਲਈ ਪ੍ਰਾਰਥਨਾ ਕਰਨ ਨੂੰ ਖੜਾ ਹੋ ਜੇ? ਕੀ ਕੋਈ ਹੈ ਜਿਹੜਾ ਇਕੱਲਾ ਹੀ ਇਹ ਸਾਰੇ ਕੰਮ ਕਰ ਸਕਦਾ ਹੈ? ਵਚਨ ਵਿੱਚ ਇਦਾਂ ਲਿਖਿਆ ਹੈ ਕਿ ਜਿਹੜੀ ਇੱਕ ਕਲੀਸਿਆ ਹੈ ਉਹ ਮਸੀਹ ਦਾ ਬਦਨ ਹੈ, ਅਤੇ ਇਦਾਂ ਲਿਖਿਆ ਹੈ ਕਿ ਜਿੱਦਾਂ ਇਹ ਹੱਥ ਜਿਹੜਾ ਹੈ, ਜੇਕਰ ਇਹ ਖੱਬਾ ਹੱਥ ਕਵੇ ਕਿ ਮੈਂ ਫੁੱਲ ਬੋਡੀ ਹਾਂ, ਤੇ ਇਹ ਫੁੱਲ ਬੋਡੀ ਨਹੀਂ ਹੈ, ਇਹ ਪੂਰਾ ਸਰੀਰ ਨਹੀਂ ਹੈ, ਪਰ ਇੱਕ ਅੰਗ ਜੋੜ ਕੇ ਪੂਰਾ ਬਦਨ ਕੰਪਲੀਟ ਹੁੰਦਾ ਹੈ। ਤੇ ਜੇਕਰ ਮੈਂ ਖੜੀ ਹੋ ਕੇ ਕਹਾਂ ਮੈਂ ਚਰਚ ਹਾਂ, ਤੇ ਮੈਂ ਇਕੱਲੀ ਚਰਚ ਨਹੀਂ ਹਾਂ। ਅਸੀਂ ਸਾਰੇ ਮਿਲ ਕੇ ਇੱਕ ਚਰਚ ਹਾਂ, ਤੇ ਜਦੋਂ ਅਸੀਂ ਸਾਰੇ ਮਿਲ ਜਾਂਦੇ ਹਾਂ ਤੇ ਅਸੀਂ ਇੱਕ ਬੋਡੀ ਬਣਦੇ ਹਾਂ। ਕੋਈ ਹੱਥਾਂ ਵਾਲਾ ਕੰਮ ਕਰ ਰਿਹਾ ਹੈ, ਕੋਈ ਅੱਖਾਂ ਵਾਲਾ ਕੰਮ ਕਰ ਰਿਹਾ ਹੈ, ਕੋਈ ਲੱਤਾਂ ਪੈਰਾਂ ਵਾਲਾ ਕੰਮ ਕਰ ਰਿਹਾ ਹੈ, ਕੋਈ ਹਿਰਦੇ ਵਾਲਾ ਕੰਮ ਕਰ ਰਿਹਾ ਹੈ, ਤੇ ਅਸੀਂ ਇੱਕ ਬੋਡੀ ਬਣ ਜਾਂਦੇ ਹਾਂ ਅਤੇ ਫਿਰ ਮਸੀਹ ਸਾਡਾ ਸਿਰ ਹੈ। ਹਾਲੇਲੂਇਆ।
ਅਸੀਂ ਮਿਲ ਕੇ ਇੱਕ ਜਿਸਮ ਹਾਂ ਅਤੇ ਫਿਰ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਹਾਂ ਤਾਂ ਉਹ ਕੰਮ ਸੇਵਾ ਬਣ ਜਾਂਦਾ ਹੈ। ਹਾਲੇਲੂਇਆ। ਕਿੰਨੇ ਜਣੇ ਸੋਚਦੇ ਕਿ ਅਸੀਂ ਸੇਵਾ ਕਰ ਸਕਦੇ ਹਾਂ? ਗਿਣਤੀ ਵੱਧ ਗਈ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਪ੍ਰਭੂ ਦੀ ਸੇਵਾ ਕਰਿਆ ਕਰੋ। ਵਚਨ ਵਿੱਚ ਇਦਾਂ ਲਿਖਿਆ ਆ, ਕਹਿੰਦਾ ਪ੍ਰਭੂ ਦੀ ਸੇਵਾ ਕਰਿਆ ਕਰੋ। ਸਿਰਫ ਮੈਂ ਹੀ ਨਹੀਂ ਕਹਿੰਦੀ, ਮੇਰਾ ਦਿਲ ਇਦਾਂ ਹੀ ਕਹਿੰਦਾ ਕਿ ਸੱਚੀ ਆਪਾਂ ਪ੍ਰਭੂ ਦੀ ਸੇਵਾ ਕਰਿਆ ਕਰੀਏ। ਪਰ ਸਿਰਫ ਮੈਂ ਹੀ ਨਹੀਂ ਕਹਿੰਦੀ, ਵਚਨ ਇਦਾਂ ਕਹਿੰਦਾ ਪ੍ਰਭੂ ਦੀ ਸੇਵਾ ਕਰਿਆ ਕਰੋ। ਅਤੇ ਪ੍ਰਭੂ ਜੀ ਦੀ ਸੇਵਾ ਆਪਾਂ ਪ੍ਰਭੂ ਦਾ ਇੱਕ ਸਟੈਚੂ ਬਣਾ ਕੇ ਨਹੀਂ ਕਰਨੀ ਕਿ ਲਓ ਪ੍ਰਭੂ ਜੀ ਅੱਜ ਮੈਂ ਚੌਲ ਬਣਾ ਕੇ ਲਿਆਈ ਹਾਂ, ਖਾਓ। ਲਓ ਪ੍ਰਭੂ ਜੀ ਅੱਜ ਮੈਂ ਤੁਹਾਡੇ ਲਈ ਬਹੁਤ ਸੋਹਣੇ ਕੱਪੜੇ ਲਿਆਈ ਹਾਂ, ਪਾ ਲਓ। ਪ੍ਰਭੂ ਦੀ ਸੇਵਾ ਪ੍ਰਭੂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਦੀ ਕਰਨੀ ਆ। ਅਤੇ ਪਰਮੇਸ਼ਵਰ ਨੇ ਸਭ ਤੋਂ ਉੱਤਮ ਚੀਜ਼ ਇਨਸਾਨ ਬਣਾਇਆ ਹੈ। ਹਾਲੇਲੂਇਆ। ਇਸ ਲਈ ਅਸੀਂ ਇੱਕ ਦੂਜੇ ਦੇ ਲਈ ਸਰਵ ਕਰਨਾ ਹੈ, ਇੱਕ ਦੂਜੇ ਦੇ ਲਈ ਡੈਡੀਕੇਟ ਰਹਿਣਾ ਹੈ, ਇੱਕ ਦੂਜੇ ਦੀ ਮਦਦ ਕਰਨੀ ਹੈ, ਸਹਾਇਤਾ ਕਰਨੀ ਹੈ। ਅਤੇ ਅਸੀਂ ਇਹ ਸੋਚ ਕੇ ਕਰਨੀ ਹੈ ਕਿ ਅਸੀਂ ਪਰਮੇਸ਼ਵਰ ਜੀ ਦੀ ਸੇਵਾ ਕਰ ਰਹੇ ਹਾਂ। ਜੇਕਰ ਤੁਹਾਨੂੰ ਕੋਈ ਜਣਾ ਆਣ ਕੇ ਇਹ ਕਵੇ ਕਿ ਅੱਜ ਇਸ ਜਗ੍ਹਾ ਦੇ ਉੱਤੇ ਰਾਈਟ ਆਫਟਰ 15 ਮਿੰਟ ਬਾਅਦ ਵਿੱਚ ਯਿਸੂ ਮਸੀਹ ਜੀ ਆ ਰਹੇ ਹਨ ਤੇ ਇਸ ਜਗ੍ਹਾ ਦੇ ਉੱਤੇ ਬਹੁਤ ਖਲਾਰਾ ਪਿਆ ਹੋਇਆ ਆ, ਫਿਰ ਤੁਸੀਂ ਕੀ ਕਰੋਗੇ? ਮੇਰੇ ਖਿਆਲ 'ਚ ਤੁਸੀਂ ਭੱਜੇ ਫਿਰੋਗੇ ਝਾੜੂ ਲੱਭਣ ਦੇ ਲਈ, ਦਰੀਆਂ ਲੱਭਣ ਦੇ ਲਈ, ਸੋਹਣੇ ਫੁੱਲ ਲੱਭਣ ਦੇ ਲਈ, ਪਾਣੀ ਲੱਭਣ ਲਈ ਕਿ ਯਿਸੂ ਮਸੀਹ ਜੀ ਦੇ ਪਹੁੰਚਣ ਤੋਂ ਪਹਿਲਾਂ ਮੈਂ ਇਸ ਜਗ੍ਹਾ ਨੂੰ ਇੰਨਾ ਸੁੰਦਰ ਬਣਾ ਦਵਾਂ ਕਿ ਜਦੋਂ ਦੇਖਣ ਤੇ ਉਹ ਖੁਸ਼ ਹੋ ਜਾਣ। ਇਦਾਂ ਹੀ ਹੋਣਾ ਆ। ਤੇ ਕੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਯਿਸੂ ਮਸੀਹ ਇੱਥੇ ਸਾਡੇ ਵਿਚਕਾਰ ਆਉਂਦੇ ਆ? ਤੇ ਫਿਰ ਤੁਸੀਂ ਕਰਦੇ ਕਿਉਂ ਨਹੀਂ ਕੁਝ ਵੀ? ਆਪਾਂ ਵਚਨ ਚੋਂ ਜਦੋਂ ਪ੍ਰਾਰਥਨਾ ਕਰਦੇ ਤੇ ਸਾਰੇ ਜਾਣੇ ਹੱਥ ਚੁੱਕ ਕੇ ਕਹਿੰਦੇ ਪ੍ਰਭੂ ਵਚਨ 'ਚ ਲਿਖਿਆ ਜਿੱਥੇ 2 ਜਾਂ 3 ਨੇ ਤੇਰੇ ਨਾਮ 'ਚ ਇਕੱਠੇ ਆ ਤੂੰ ਉਹਨਾਂ ਦੇ ਵਿਚਕਾਰ ਆ। ਪ੍ਰਭੂ ਤੁਸੀਂ ਆ ਜਾਓ, ਪ੍ਰਭੂ ਜੀ ਤੁਹਾਡਾ ਸਿੰਘਾਸਨ ਇਸ ਜਗ੍ਹਾ ਤੇ ਲੱਗਿਆ। ਤੇ ਉਹ ਤੁਹਾਡੇ ਅੰਦਰਲੀ ਡੈਡੀਕੇਸ਼ਨ ਨੂੰ ਦੇਖਦਾ, ਮੇਰਾ ਸਿੰਘਾਸਨ ਇਸ ਜਗ੍ਹਾ ਤੇ ਲੱਗਿਆ ਪਰ ਇਹਨਾਂ ਬੰਦਿਆਂ ਦੇ ਅੰਦਰ ਤਾਂ ਕੋਈ ਚਾਹਤ ਹੀ ਨਹੀਂ ਹੈਗੀ, ਇਹਨਾਂ ਬੰਦਿਆਂ ਦੇ ਅੰਦਰ ਤੇ ਕੋਈ ਜਜ਼ਬਾ ਹੀ ਨਹੀਂ ਹੈਗਾ ਕਿ ਮੈਂ ਇਸ ਜਗ੍ਹਾ ਤੇ ਆਉਣਾ ਤੇ ਕੁਛ ਕਰਨ। ਕਿ ਸਾਨੂੰ ਇੱਕ ਐਟੀਟਿਊਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ਵਰ ਨੇ ਇਸ ਜਗ੍ਹਾ ਤੇ ਆਉਣਾ ਹੈ। ਅੱਜ ਪਰਮੇਸ਼ਵਰ ਨੇ ਇਸ ਜਗ੍ਹਾ ਤੇ ਆਉਣਾ ਹੈ, ਉਹਨੇ ਮੇਰੇ ਤੋਂ ਵੀ ਪੁੱਛਣਾ ਹੈ, ਉਹਨੇ ਮੇਰੇ ਨਾਲ ਬੈਠੇ ਤੋਂ ਵੀ ਪੁੱਛਣਾ ਹੈ। ਅਸੀਂ ਸਹੀ ਢੰਗ ਨਾਲ ਬੈਠੀਏ, ਅਸੀਂ ਸਹੀ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਕਰ ਦਈਏ ਤਾਂ ਜੋ ਜਦੋਂ ਸਾਡਾ ਪ੍ਰਭੂ ਸਾਡੇ ਵਿਚਕਾਰ ਆਵੇ ਤਾਂ ਉਹ ਖੁਸ਼ ਹੋ ਜਾਵੇ। ਮੈਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹਨ ਜਿਨ੍ਹਾਂ ਦੇ ਵਿੱਚ ਲਿਖਿਆ ਤੇ ਸੁਣਿਆ ਕਿ ਬਹੁਤ ਲੋਕਾਂ ਨੇ ਇੰਨੀ ਭਗਤੀ ਕੀਤੀ, ਇੰਨੇ ਦੁੱਖ ਦਿੱਤੇ ਆਪਣੇ ਸਰੀਰ ਨੂੰ ਇਸ ਲਈ ਕਿ ਪਰਮੇਸ਼ਵਰ ਪ੍ਰਗਟ ਹੋਵੇ। ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਵੱਡੇ ਐਫਰਟ ਲਾਏ। ਅਤੇ ਕੀ ਹੋਇਆ? ਜਦੋਂ ਉਹਨਾਂ ਦੀ ਭਗਤੀ ਤੋਂ ਪਰਮੇਸ਼ਵਰ ਖੁਸ਼ ਹੋਇਆ ਤੇ ਉਹਨੇ ਪੁੱਛਿਆ ਮੰਗੋ ਤੁਹਾਨੂੰ ਕੀ ਦਿੱਤਾ ਜਾਵੇ। ਆਪਾਂ ਬਹੁਤ ਸਾਰੇ ਡਰਾਮੇ ਦੇਖਦੇ ਹੁੰਦੇ ਸੀ, ਹੁਣ ਤੇ ਨਹੀਂ ਪਰ ਪਹਿਲਾਂ ਬਹੁਤ ਦੇਖੇ ਤੇ ਆਪਾਂ ਕਹਾਣੀਆਂ ਵੀ ਪੜ੍ਹੀਆਂ। ਮੈਨੂੰ ਪਤਾ ਬਹੁਤ ਸਾਰਿਆਂ ਨੇ ਇਦਾਂ ਦੀਆਂ ਸਟੋਰੀਜ਼ ਦੇਖੀਆਂ, ਸੁਣੀਆਂ ਤੇ ਪੜ੍ਹੀਆਂ ਕਿ ਇੱਕ ਰੱਬ ਆਇਆ ਤੇ ਉਹਨੇ ਕਿਹਾ ਮੈਂ ਖੁਸ਼ ਆ, ਮੰਗ ਤੂੰ ਕੀ ਮੰਗਣਾ ਆ। ਆਪਾਂ ਕਿਹੜੀ ਕੋਸ਼ਿਸ਼ ਕਰਦੇ ਆ? ਆਪਾਂ ਨੂੰ ਬਾਈਬਲ ਇਦਾਂ ਤਾਂ ਕਹਿੰਦਾ ਨਹੀਂ ਤੁਸੀਂ ਇੱਕ ਲੱਤ ਤੇ 1 ਮਹੀਨਾ ਖੜੇ ਹੋ ਜਾਓ, ਤੁਸੀਂ ਪੁੱਠੇ ਲਮਕ ਜਾਓ, ਤੁਸੀਂ ਜੰਗਲਾਂ ਨੂੰ ਚਲੇ ਜਾਓ, ਜਾਂ ਤੁਸੀਂ ਸਵਾਹ ਮਲ ਕੇ ਭੱਜੇ ਫਿਰੋ, ਠੂਠੇ ਫੜ ਲਵੋ, ਭੇਸ ਬਦਲ ਲਓ, ਪਰਿਵਾਰ ਛੱਡ ਦਿਓ। ਕੀ ਤੁਸੀਂ ਸੋਚਦੇ ਆ ਕਿ ਸਾਡਾ ਰੱਬ ਵੀ ਸਾਨੂੰ ਇਦਾਂ ਦੇ ਕੰਮ ਕਰਨ ਨੂੰ ਕਹੇ ਤੇ ਤਾਂ ਅਸੀਂ ਉਹਦੇ ਲਈ ਕਰੀਏ? ਮੇਰੇ ਖਿਆਲ ਦੇ ਵਿੱਚ ਜਿੰਨੀਆਂ ਸੁੱਖ ਸੁਵਿਧਾਵਾਂ ਵੱਧ ਗਈਆਂ ਹਨ, ਮਨੁੱਖ ਓਨਾ ਹੀ ਪਰਮੇਸ਼ਵਰ ਤੋਂ ਪਿੱਛੇ ਹੋ ਗਿਆ ਹੈ। ਪਰ ਜੇਕਰ ਸਾਨੂੰ ਪਰਮੇਸ਼ਵਰ ਨੇ ਇੰਨੇ ਸੁੱਖ ਦਿੱਤੇ ਹਨ, ਇੰਨੀਆਂ ਸੁਵਿਧਾ ਸਾਡੇ ਜੀਵਨ ਦੇ ਵਿੱਚ ਹਨ ਤੇ ਸਾਨੂੰ ਉਹਨਾਂ ਦੇ ਲਈ ਕਦਰਦਾਨ ਹੋਣਾ ਚਾਹੀਦਾ ਆ, ਸਾਨੂੰ ਉਹਦੀ ਕਦਰ ਪਾਉਣੀ ਚਾਹੀਦੀ ਆ। ਅਤੇ ਜੇਕਰ ਸਾਨੂੰ ਇੰਨਾ ਔਖਾ ਪਰਮੇਸ਼ਵਰ ਨੇ ਨਹੀਂ ਕੀਤਾ ਤੇ ਸਾਨੂੰ ਹੋਰ ਵੀ ਜ਼ਿਆਦਾ ਪਿਆਰ ਦੇ ਨਾਲ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਬੈਠਣਾ ਚਾਹੀਦਾ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਦੁਆਰਾ ਸੇਵਾ ਕਰਨੀ ਚਾਹੀਦੀ ਹੈ। ਹਾਲੇਲੂਇਆ।
मैं उम्मीद करदी हाँ कि जदों अगला वीरवार आना इत्थे इन्ना सोहना माहौल होना कि सच्ची प्रभु ने इदां ही कहना, मंगो अज तुसी की मंगदे, तुसी मंगना ते पूरा हो जाना यीशु मसीह दे नाम दे विच। जेड़े आउंदे आ पर मिलदा नहीं, वो ये आस रख के ना आयो कि असी तुहानू कुछ देना आ। मेरे भैणों भरावो, असी भी उहदे तो ही मंगदे, उही साडीआं लोड़ां नू पूरियां करदा आ। ते जदों तुसी कहने आ साडी ड्यूटी उन्हें यही लाई आ, ये आए इन्हां नू दस दो तुहानू कित्थों मिलिया सी, ते असी तुहानू यही दसदे आ, इनू सुनिया, इनू पढ़िया, इनू जदों दिल विच लैके मूँह थाणी बाहर लिआंदा ते सानू मिल गया। हालेलुया। आपां देखांगे व्यवस्था सार दी किताब, उसका 11 नंबर अध्याय अते उसकी 13 नंबर ते 14 नंबर पंक्ति दे विच इस जगह ते लिखिया है, इउं होवेगा कि जे तुसी मन ला के मेरे हुक्मां नू सुनोगे जेड़े मैं अज तुहानू दिंदा हाँ, अर्थात यहोवा अपने परमेश्वर नाल प्रेम रखना अते अपने सारे मन अते अपनी सारी जान नाल उसकी उपासना करनी, तां मैं तुहाडी धरती उत्ते वेले सिर वरखा वरावांगा, अर्थात पहली अते आखिरी वरखा, तां तुसी अपना अन्न, नवी मैं अते तेल इकट्ठा करोगे, अते मैं तुहाडे खेतां विच तुहाडे डंगरां लई घाह देवांगा अते तुसी रज के खाओगे। हालेलुया। हुण इस जगह दे उत्ते फिर तो सानू यही दस्सिया गया, जेकर तुसी परमेश्वर दे हुक्मां नू सुन के पूरा करोगे, मन ला के मेरे हुक्मां नू सुनोगे जेड़े परमेश्वर ने अज सानू दिते आ। किद्दां सुनना आ? मन ला के, साडे अंदर तक वो पहुंचण। कन्नां दे विच तां मन है नहीं, मेरे ख्याल दे विच कन्नां दे विच दिल है नहीं, पर वचन ने क्या मन ला के सुनना आ, भाव मन दे कन्न खोल के सुनना आ। इन्हां कन्नां दे राही हुंदा होया साडे मन तक पहुंच जावे। इस तरीके दे नाल असी ओदे हुक्मां नू सुनना आ। ओ हुक्म जेड़े यहोवा परमेश्वर ने सानू दिते आ। केड़ा हुक्म? अपने परमेश्वर नाल प्रेम रखना। प्रेम रखना असी परमेश्वर जी दे नाल। इत्थे असी मतलबी होके नहीं बैठना कि मैं तां जी चंगा होण लई आया हाँ। मेरे भैणों भरावो, देखो तुसी एक हॉस्पिटल विच कई बारी गए होवोगे ते बहुत सारे रोगी हैं जदों हस्पताल जाते हैं तो चंगे हो जाते हैं कि उस तो बाद विच वो डॉक्टर की फोटो ला के पूजा करनी शुरू कर देंदे हैं कि मैं जी इत्थों ठीक हो गया, ये मेरा रब है, मैं हुण तो इहदी सेवा करांगा। किसी दे जख्म हो गया, किसी का सिर पाट गया, किसी दे फोड़े फिंसियां हो गए, उन्होंने दवाई लई तो चंगे हो गए कि वो डॉक्टर नू रब मनना शुरू कर देंदे हैं? नहीं करते, क्योंकि वो जानते हैं ये रब नहीं है। पर वचन सानू की दसदा? कहना अपने मन नाल परमेश्वर नाल प्रेम रखना। तुसी इत्थे सिर्फ यीशु मसीह जी नू एक डॉक्टर समझ के नहीं आना, वो तुहाडा प्यारा मित्र अते मुक्तिदाता है। वचन विच इदां लिखा है, कहंदा अज तो अगाहां नू मैं तुहानू दास नहीं अपने मित्र आखांगा। यीशु मसीह जी ने इदां कहा है, अज तो अगाहां मैं तुहानू अपने दास नहीं, भाव मैं तुहानू अपने नौकर नहीं, पर मैं तुहानू मित्र रखांगा। कहंदा एदों वध मित्र दा किसे दी हो नहीं सकदी कि अपने मित्रां दे बदले विच जान दे देवे। अपने कोल बहुत मित्र आ, अपने कोल बहुत फ्रेंड सर्कल आ, पर मेरा नहीं ख्याल कि अपने कोल कोई इहो जिहा फ्रेंड हैगा कि जे साडे उत्ते विपता बने तो आके कवे जी इनू छड्ड दो, मैनू मार दिओ। पर यीशु मसीह एक सच्चा मित्र आ।
ਯਿਸੂ ਮਸੀਹ ਜੀ ਨੇ ਸਾਡੇ ਗੁਨਾਹਾਂ ਦੇ ਲਈ ਇਹ ਕਬੂਲ ਕਰ ਲਿਆ ਕਿ ਇਹਨਾਂ ਨੂੰ ਛੱਡ ਦਿਓ ਤੇ ਮੈਨੂੰ ਮਾਰ ਦਿਓ। ਯਿਸੂ ਮਸੀਹ ਜੀ ਨੇ ਸਾਡੇ ਗੁਨਾਹਾਂ ਦੇ ਲਈ ਸੂਲੀ ਉੱਤੇ ਜਾਨ ਦਿੱਤੀ ਅਤੇ ਆਪਣੇ ਬਦਨ ਦਾ ਕਤਰਾ ਕਤਰਾ ਵਹਾ ਦਿੱਤਾ ਤਾਂ ਜੋ ਅਸੀਂ ਗੁਨਾਹਾਂ ਤੋਂ ਆਜ਼ਾਦ ਹੋ ਜਾਈਏ, ਤਾਂ ਜੋ ਅਸੀਂ ਆਪਣੀਆਂ ਬਿਮਾਰੀਆਂ ਤੋਂ, ਆਪਣੀਆਂ ਲਾਚਾਰੀਆਂ ਤੋਂ ਆਜ਼ਾਦ ਹੋ ਜਾਈਏ ਅਤੇ ਸਭ ਤੋਂ ਵੱਧ ਇਸ ਲਈ ਤਾਂ ਜੋ ਅਸੀਂ ਨਰਕ ਦੀ ਅੱਗ ਤੋਂ ਆਜ਼ਾਦ ਹੋ ਜਾਈਏ ਅਤੇ ਅਬਦੀ ਜੀਵਨ ਨੂੰ ਪ੍ਰਾਪਤ ਕਰ ਲਈਏ। ਉਹ ਸਾਡਾ ਮੁਕਤੀਦਾਤਾ ਪਰਮੇਸ਼ਵਰ ਹੈ। ਜਿਹੜੇ ਲੋਕ ਸਿਰਫ ਚਮਤਕਾਰ ਦੇਖਣ ਦੇ ਲਈ ਆਉਂਦੇ ਹਨ ਜਾਂ ਆਪਣੇ ਜੀਵਨ ਵਿੱਚ ਚਮਤਕਾਰ ਚਾਹੁੰਦੇ ਹਨ, ਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਾਂਗੀ, ਚਮਤਕਾਰ ਸਰਕਸ ਦੇ ਵਿੱਚ ਬਹੁਤ ਹੁੰਦੇ ਹਨ। ਟਿਕਟ ਲੈ ਕੇ ਤੁਸੀਂ ਚਮਤਕਾਰ ਦੇਖ ਸਕਦੇ ਹੋ। 100 ਜਾਂ 200 ਰੁਪਏ ਦੇ ਵਿੱਚ ਤੁਸੀਂ ਚਮਤਕਾਰ ਦੇਖ ਸਕਦੇ ਹੋ। ਚਮਤਕਾਰ ਤੁਹਾਡੇ ਜੀਵਨ ਦੇ ਵਿੱਚ ਮਾਇਨੇ ਨਹੀਂ ਰੱਖਦੇ। ਇਸ ਲਈ ਚਮਤਕਾਰਾਂ ਦੇ ਦਰਸ਼ਕ ਬਣ ਕੇ ਇਸ ਜਗ੍ਹਾ ਤੇ ਬੈਠਣਾ ਬੇਫਾਇਦਾ ਹੈ। ਇਹ ਸੱਚ ਹੈ ਕਿ ਯਿਸੂ ਮਸੀਹ ਜੀ ਤੁਹਾਡੇ ਜੀਵਨ ਦੇ ਵਿੱਚ ਵੱਡੇ ਤੋਂ ਵੀ ਵੱਡੇ ਚਮਤਕਾਰ ਕਰਨ ਦੀ ਤਾਕਤ ਰੱਖਦੇ ਹਨ। ਇਸ ਨੂੰ ਕੋਈ ਵੀ ਦੁਨੀਆ ਦੀ ਤਾਕਤ ਝੁਠਲਾ ਨਹੀਂ ਸਕਦੀ। ਪਰ ਜੇਕਰ ਅਸੀਂ ਸਿਰਫ ਚਮਤਕਾਰ ਦੇ ਲਈ ਆਏ ਹਾਂ ਤੇ ਉਹ ਚਮਤਕਾਰ ਤੁਹਾਡੇ ਜੀਵਨ 'ਚ ਕਦੀ ਨਹੀਂ ਹੋਵੇਗਾ, ਜੇਕਰ ਤੁਸੀਂ ਸਿਰਫ ਤੇ ਸਿਰਫ ਚਮਤਕਾਰ ਦੇ ਲਈ ਆਏ ਹੋ। ਕਿਉਂਕਿ ਜੇਕਰ ਵਚਨ ਦੇ ਵਿੱਚ ਇਹ ਲਿਖਿਆ ਆਪਣੇ ਮਨ ਨਾਲ ਪਿਆਰ ਕਰ, ਤੇ ਭਾਵ ਉਹ ਤੁਹਾਡੇ ਅੰਦਰੋਂ ਆਨਰ ਚਾਹੁੰਦਾ ਹੈ, ਉਹ ਤੁਹਾਡੇ ਅੰਦਰਲਾ ਪਿਆਰ ਚਾਹੁੰਦਾ ਹੈ। ਤੇ ਜੇ ਤੁਸੀਂ ਸਿਰਫ ਮਤਲਬੀ ਹੋ ਕੇ ਆਏ ਆ, ਇੱਕ ਮਤਲਬ ਪ੍ਰਸਤ ਇਨਸਾਨ ਕਦੀ ਕਿਸੇ ਨਾਲ ਪਿਆਰ ਨਹੀਂ ਕਰ ਸਕਦਾ, ਕਿਉਂਕਿ ਉਹ ਜੇਕਰ ਕਿਸੇ ਨੂੰ ਜੀ ਹਜ਼ੂਰ ਕਰਦਾ ਹੈ, ਉਹਦੇ ਅੰਦਰ ਪਿਆਰ ਨਹੀਂ, ਉਹਦਾ ਮਤਲਬ ਲੁਕਿਆ ਹੁੰਦਾ ਹੈ, ਤਾਂ ਜੋ ਮੈਂ ਇਹਦੀ ਆਓ ਭਗਤ ਕਰਾਂ ਤੇ ਇਹਦੇ ਤੋਂ ਕੁਝ ਪ੍ਰਾਪਤ ਕਰ ਲਵਾਂ। ਅਤੇ ਮੇਰੇ ਭੈਣੋ ਭਰਾਵੋ, ਅਸੀਂ ਸਿਰਫ ਬੁੱਲਾਂ ਦੇ ਨਾਲ ਬੋਲ ਕੇ ਯਹੋਵਾ ਪਰਮੇਸ਼ਰ ਨੂੰ ਤੇ ਉਹਦੇ ਪੁੱਤਰ ਯਿਸੂ ਮਸੀਹ ਨੂੰ ਖੁਸ਼ ਨਹੀਂ ਕਰ ਸਕਦੇ, ਕਿਉਂਕਿ ਵਚਨ 'ਚ ਏਦਾਂ ਲਿਖਿਆ ਹੈ, ਉਹ ਦਿਲਾਂ ਅਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਹੈ। ਜੇ ਤੁਸੀਂ ਬੁੱਲਾਂ ਨਾਲ ਇਹ ਗੱਲ ਕਹੀ ਵੀ ਜਾਓ, ਯਿਸੂ ਮਸੀਹ ਮੇਰਾ ਮੁਕਤੀਦਾਤਾ ਪਰਮੇਸ਼ਵਰ ਹੈ, ਯਿਸੂ ਮਸੀਹ ਮੈਂ ਤੇਰਾ ਬੱਚਾ ਹਾਂ, ਮੈਂ ਤੇਰਾ ਚੇਲਾ ਹਾਂ, ਤੇ ਤੁਹਾਡਾ ਦਿਲ ਇਹ ਕਵੇ ਇੱਕ ਵਾਰੀ ਚੰਗਾ ਹੋ ਜਾਵਾਂ, ਫਿਰ ਯਿਸੂ ਮਸੀਹ ਨੂੰ ਕੌਣ ਜਾਣਦਾ। ਤੁਸੀਂ ਮੇਥੋਂ ਛੁਪਾ ਸਕਦੇ ਹੋ, ਆਪਣੇ ਪਰਿਵਾਰ ਤੋਂ, ਆਪਣੇ ਨੇੜੇ ਦੇ ਤੋਂ ਛੁਪਾ ਸਕਦੇ ਹੋ, ਪਰ ਇਹ ਸੱਚ ਜਾਣਿਓ, ਤੁਸੀਂ ਉਹ ਜਿਹਨੇ ਤੁਹਾਡੀ ਰਚਨਾ ਕੀਤੀ ਉਹ ਤੋਂ ਕੁਝ ਵੀ ਛੁਪਾ ਨਹੀਂ ਸਕਦੇ। ਹਾਲੇਲੂਇਆ। ਇਸ ਲਈ ਆਪਣੇ ਮਨ ਨਾਲ ਪਰਮੇਸ਼ਵਰ ਦੀ ਭਾਲ ਵਿੱਚ ਆਓ। ਵਚਨ ਵਿੱਚ ਲਿਖਿਆ, ਸਭ ਤੋਂ ਪਹਿਲਾਂ ਉਹਦੀ ਬਾਦਸ਼ਾਹਤ ਦੀ ਭਾਲ ਕਰੋ, ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਉਹਦੀ ਬਾਦਸ਼ਾਹਤ ਦੀ ਭਾਲ ਕਿੱਦਾਂ ਕਰਨੀ ਆ? ਉਹਦੇ ਨਾਲ ਪਿਆਰ ਪਾ ਕੇ। ਪ੍ਰਭੂ ਜੀ, ਮੈਂ ਤੁਹਾਡੇ ਨਾਲ ਪਿਆਰ ਕਰਦਾ, ਮੈਂ ਤੁਹਾਡੀ ਹਜ਼ੂਰੀ ਵਿੱਚ ਆ ਗਿਆ। ਹੁਣ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਨਾਲ ਕਿੱਦਾਂ ਡੀਲ ਕਰਨਾ ਆ, ਪਰ ਮੈਨੂੰ ਇੰਨਾ ਪਤਾ ਤੁਸੀਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਭ ਕੁਝ ਬਹੁਤ ਵਧੀਆ ਕਰਦੇ ਆ। ਹਾਲੇਲੂਇਆ। ਪ੍ਰਭੂ, ਮੈਂ ਇਸ ਵੀਲ ਚੇਅਰ ਤੇ ਆਇਆ ਆ, ਮੈਂ ਨਹੀਂ ਜਾਣਦਾ ਤੂੰ ਮੈਨੂੰ ਇਸ ਵੀਲ ਚੇਅਰ ਤੋਂ ਉਠਾਉਣਾ ਆ ਕਿ ਨਹੀਂ ਉਠਾਉਣਾ, ਪਰ ਮੈਨੂੰ ਇੰਨਾ ਪਤਾ ਜਿਸ ਦਿਨ ਸਵਰਗ ਨੂੰ ਜਾਣਾ, ਮੈਂ ਆਪਣੀਆਂ ਆਤਮਾ ਦੀਆਂ ਲੱਤਾਂ ਉੱਤੇ ਨੱਠਿਆ ਹੀ ਜਾਵਾਂਗਾ। ਹਾਲੇਲੂਇਆ। ਉਹ ਕੀ ਫਾਇਦਾ ਹੋਇਆ ਜੇ ਅਸੀਂ ਵੀਲ ਚੇਅਰ ਤੋਂ ਚਮਤਕਾਰ ਦੇ ਰਾਹੀਂ ਉੱਠ ਵੀ ਗਏ ਤੇ ਜਾ ਕੇ ਫੇਰ ਉਹਨਾਂ ਹੀ ਪੁੱਠੇ ਕੰਮਾਂ ਦੇ ਵਿੱਚ ਪੈ ਗਏ ਜਿਨ੍ਹਾਂ ਨੇ ਸਾਨੂੰ ਵੀਲ ਚੇਅਰ ਤੇ ਬਿਠਾਇਆ ਸੀ। ਤੇ ਮੇਰੇ ਭੈਣੋ ਭਰਾਵੋ, ਇਹ ਲੱਤਾਂ ਜਿਹੜੀਆਂ ਸਾਨੂੰ ਇੱਥੇ ਤੋੜਦੀਆਂ, ਇਹਨਾਂ ਨੇ ਇੱਥੇ ਹੀ ਸੜ ਜਾਣਾ ਆ, ਇਹਨਾਂ ਨੇ ਮਿੱਟੀ 'ਚ ਇੱਥੇ ਹੀ ਗਲ ਜਾਣਾ ਆ। ਨਾਲ ਤਾਂ ਸਾਡੀਆਂ ਆਤਮਿਕ ਲੱਤਾਂ ਨੇ ਸਹਾਈ ਹੋਣਾ, ਉਹਨਾਂ ਨੇ ਸਾਨੂੰ ਸਵਰਗ ਨੂੰ ਤੋੜ ਕੇ ਲੈ ਕੇ ਜਾਣਾ ਆ। ਅਤੇ ਉਹਨਾਂ ਆਤਮਿਕ ਲੱਤਾਂ ਦੇ ਵਿੱਚ ਜਾਨ ਉਦੋਂ ਹੀ ਪੈਣੀ ਆ ਜਦੋਂ ਜ਼ਿੰਦਾ ਪਰਮੇਸ਼ਰ ਨੂੰ ਅਸੀਂ ਆਪਣੇ ਦਿਲ ਤੋਂ ਪਿਆਰ ਕਰਨ ਲੱਗ ਗਏ। ਅਤੇ ਜਦੋਂ ਅਸੀਂ ਆਪਣੇ ਦਿਲ ਤੋਂ ਪਰਮੇਸ਼ਰ ਨੂੰ ਪਿਆਰ ਕਰਾਂਗੇ, ਉਹਦੀ ਉਪਾਸਨਾ ਕਰਾਂਗੇ, ਤੇ ਫਿਰ ਕੀ ਲਿਖਿਆ? ਕਹਿੰਦਾ, ਮੈਂ ਧਰਤੀ ਉੱਤੇ ਵੇਲੇ ਸਿਰ ਵਰਖਾ ਦੇਵਾਂਗਾ। ਇਹਦਾ ਕੀ ਮਤਲਬ ਆ ਵੇਲੇ ਸਿਰ ਵਰਖਾ ਦਾ? ਭਾਵ ਜਿਸ ਚੀਜ਼ ਦੀ ਤੁਹਾਨੂੰ ਜਿਸ ਵੇਲੇ ਜ਼ਰੂਰਤ ਹੈ, ਉਸ ਵੇਲੇ ਪਰਮੇਸ਼ਰ ਜੀ ਤੁਹਾਨੂੰ ਮੁਹੱਈਆ ਕਰਵਾਉਣਗੇ।
ਹਾਲੇਲੂਇਆ। ਬਹੁਤ ਵਾਰੀ ਆਪਣੇ ਘਰਾਂ ਦੇ ਵਿੱਚ ਬਰਕਤ ਪਈ ਹੁੰਦੀ ਆ, ਪੈਸਾ ਸਾਡੀ ਜੇਬ ਵਿੱਚ ਹੁੰਦਾ, ਪਰ ਜਦੋਂ ਸਾਨੂੰ ਜ਼ਰੂਰਤ ਆਉਂਦੀ ਲੱਭਦਾ ਹੀ ਕੁਛ ਨਹੀਂ। ਜਦੋਂ ਸਾਡੇ ਘਰ 'ਚ ਦਿਨ ਸੁੱਧ ਹੁੰਦਾ, ਸਾਡਾ ਹੱਥ ਤੰਗ ਹੁੰਦਾ, ਫਿਰ ਕਹਿੰਦਾ ਲੈ ਪਿਛਲੇ ਮਹੀਨੇ ਤੇ ਇੰਨਾ ਪਿਆ ਸੀ, ਹੁਣ ਲੋੜ ਵੇਲੇ ਕੁਛ ਲੱਭਾ ਹੀ ਨਹੀਂ। ਪਰ ਉਹ ਕੀ ਕਹਿੰਦਾ, ਜੇ ਤੁਸੀਂ ਮੇਰੇ ਹੁਕਮਾਂ ਨੂੰ ਪੂਰੀਆਂ ਕਰੋਗੇ, ਮੇਰੇ ਨਾਲ ਪਿਆਰ ਕਰੋਗੇ, ਮੈਂ ਵੇਲੇ ਸਿਰ ਤੁਹਾਨੂੰ ਵਰਖਾ ਦੇਵਾਂਗਾ। ਕਿਹੜੀ? ਪਹਿਲੀ ਵੀ ਤੇ ਆਖਰੀ ਵੀ। ਕਿਉਂਕਿ ਵਚਨ ਵਿੱਚ ਇਦਾਂ ਲਿਖਿਆ, ਪਹਿਲਾ ਵੀ ਉਹੀ ਆ ਤੇ ਪਿਛਲਾ ਵੀ ਉਹੀ ਆ, ਅਲਫਾ ਵੀ ਉਹੀ ਆ, ਓਮੇਗਾ ਵੀ ਉਹੀ ਆ, ਆਦ ਵੀ ਉਹੀ ਆ ਤੇ ਅੰਤ ਵੀ ਉਹੀ ਆ। ਹਾਲੇਲੂਇਆ। ਇਸੇ ਲਈ ਉਹ ਕਹਿੰਦਾ ਪਹਿਲੀ ਵਰਖਾ ਅਤੇ ਆਖਰੀ ਵਰਖਾ। ਭਾਵੇਂ ਕੰਮ ਦੇ ਸ਼ੁਰੂ ਵਿੱਚ ਤੁਹਾਨੂੰ ਜ਼ਰੂਰਤ ਆ, ਉਦੋਂ ਵੀ ਸਮੇਂ ਸਿਰ ਤੁਹਾਡੀ ਜ਼ਰੂਰਤ ਉਹੀ ਪੂਰਾ ਕਰੇਗਾ, ਅਤੇ ਭਾਵੇਂ ਕੰਮ ਦੇ ਅੰਤ ਵਿੱਚ ਤੁਹਾਨੂੰ ਜ਼ਰੂਰਤ ਆ, ਉਹ ਉਦੋਂ ਵੀ ਤੁਹਾਡੀ ਮਦਦ ਲੈ ਕੇ ਖੜਾ ਤੁਹਾਨੂੰ ਦਿਸੇਗਾ। ਹਾਲੇਲੂਇਆ। ਸੋ ਇਹੀ ਆ ਕਿ ਅਸੀਂ ਪਰਮੇਸ਼ਵਰ ਜੀ ਦੀ ਸੇਵਾ, ਪਰਮੇਸ਼ਵਰ ਦੇ ਲੋਕਾਂ ਨਾਲ ਪਿਆਰ ਕਰਕੇ, ਪਰਮੇਸ਼ਵਰ ਜੀ ਦੇ ਹੁਕਮਾਂ ਨੂੰ ਮੰਨ ਕੇ, ਪਰਮੇਸ਼ਵਰ ਜੀ ਦੇ ਨਾਲ ਪਿਆਰ ਕਰਕੇ, ਦਿਲੋਂ ਪਿਆਰ ਕਰਕੇ ਅਸੀਂ ਪਰਮੇਸ਼ਵਰ ਜੀ ਦੀ ਸੇਵਾ ਕਰ ਸਕਦੇ ਹਾਂ। ਅਤੇ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਸੇਵਾ ਦਿਲ ਤੋਂ ਕਰਾਂਗੇ ਤੇ ਫਿਰ ਉਹ ਸਮੇਂ ਸਿਰ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਗੇ। ਹਾਲੇਲੂਇਆ। ਕਹਿੰਦਾ ਤੁਸੀਂ ਆਪਣਾ ਅੰਨ, ਨਵੀਂ ਮੈਅ ਅਤੇ ਤੇਲ ਇਕੱਠਾ ਕਰੋਗੇ, ਫਿਰ ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਆ। ਜੇ ਕਿਸੇ ਨੂੰ ਨੌਕਰੀ ਚਾਹੀਦੀ ਆ, ਨੌਕਰੀ 'ਚ ਤਰੱਕੀ ਚਾਹੀਦੀ ਆ, ਅੰਨ ਚਾਹੀਦਾ ਆ, ਖੇਤ 'ਚੋਂ ਅਨਾਜ ਚਾਹੀਦਾ, ਜਿਸ ਸਮੇਂ ਵਿੱਚ ਚੀਜ਼ ਦੀ ਜ਼ਰੂਰਤ ਆ, ਉਹਨਾਂ ਸਹੀ ਸਮੇਂ 'ਤੇ ਤੁਸੀਂ ਆਪਣੀਆਂ ਬਰਕਤਾਂ ਨੂੰ ਇਕੱਠਿਆਂ ਕਰੋਗੇ। ਹਾਲੇਲੂਇਆ। ਅਤੇ ਮੈਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਡੰਗਰਾਂ ਲਈ ਘਾਹ ਦੇਵਾਂਗਾ ਅਤੇ ਤੁਸੀਂ ਰੱਜ ਕੇ ਖਾਓਗੇ। ਸਿਰਫ ਸਾਡੇ ਲਈ ਨਹੀਂ, ਫਿਰ ਇੰਨੀ ਬਰਕਤ ਹੋ ਜਾਣੀ ਆ ਕਿ ਸਾਡੇ ਮਾਲ ਡੰਗਰ ਨੂੰ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣੀ। ਉਹਨਾਂ ਦੇ ਲਈ ਵੀ ਬਹੁਤਾ ਹੀ ਹੋਣਾ ਆ। ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਆ, ਕਰਾਉਂਦੇ ਆ, ਪਾਸਟਰ ਜੀ ਪ੍ਰਾਰਥਨਾ ਕਰ ਦਿਓ ਜੀ, ਸਾਡੇ ਜਿਹੜੇ ਪਸ਼ੂ ਆ ਉਹ ਲਵੇਰੇ ਨਹੀਂ ਹੈਗੇ, ਉਹ ਹਰ ਵਰਿਆਏ ਨਹੀਂ ਹੈਗੇ, ਪ੍ਰਾਰਥਨਾ ਕਰੋ ਉਹ ਬੇਫਲ ਹੋ ਜਾਂਦੇ ਆ। ਮੇਰੇ ਭੈਣੋ ਭਰਾਵੋ, ਤੁਸੀਂ ਸੇਵਾ ਕਰਨੀ ਸ਼ੁਰੂ ਕਰੋ, ਪਰਮੇਸ਼ਵਰ ਜੀ ਨਾਲ ਪਿਆਰ ਕਰਨਾ ਸ਼ੁਰੂ ਕਰੋ, ਪਰਮੇਸ਼ਵਰ ਜੀ ਦੇ ਹੁਕਮਾਂ ਅਨੁਸਾਰ ਚੱਲਣਾ ਸ਼ੁਰੂ ਕਰੋ। ਤੁਹਾਡੀ ਪ੍ਰਾਰਥਨਾ ਕਰਨ ਅਤੇ ਕਰਾਉਣ ਤੋਂ ਪਹਿਲਾਂ ਹੀ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ। ਹਾਲੇਲੂਇਆ। ਅਤੇ ਤੁਸੀਂ ਰੱਜ ਕੇ ਖਾਓਗੇ। ਜਿਹੜੇ ਕਹਿੰਦੇ ਸਾਡੇ ਨਿਆਣਿਆਂ ਦੀ ਫੀਸ ਨਹੀਂ ਦੇ ਹੁੰਦੀ, ਸਾਡੇ ਬਿਜਲੀ ਦੇ ਬਿੱਲ ਨਹੀਂ ਸਾਤੋਂ ਭਰ ਹੁੰਦੇ, ਘਰਾਂ ਦੇ ਕਿਰਾਏ ਨਹੀਂ ਦੇ ਹੁੰਦੇ, ਸਾਤੋਂ ਇਸ ਕੰਮ ਨੂੰ ਹੈ ਨਹੀਂ, ਸਾਤੋਂ ਉਸ ਕੰਮ ਨੂੰ ਨਹੀਂ ਹੈਗਾ। ਹੁਣ ਬਹੁਤ ਸਾਰਿਆਂ ਨੇ ਕਹਿਣਾ ਇਹ ਤਾਂ ਯਿਸੂ ਮਸੀਹ ਦਾ ਨਾਮ ਲੈ ਕੇ ਲਾਲਚ ਦਿੰਦੇ ਆ। ਵਚਨ ਤੁਹਾਡੇ ਨਾਲ ਵਾਅਦਾ ਕਰਦਾ ਆ, ਲਾਲਚ ਨਹੀਂ ਹੈਗਾ। ਰੱਜ ਕੇ ਖਾਣ ਦਾ ਮਤਲਬ ਕੀ ਹੁੰਦਾ? ਰੱਜ ਕੇ ਉਹੀ ਖਾਂਦਾ ਜਿਹਦੇ ਘਰ ਦੇ ਵਿੱਚ ਬਰਕਤ ਹੋਵੇ। ਜੇ ਕਿਸੇ ਦੀ ਡਰਮੀ 'ਚ ਆਟਾ ਹੀ 1 ਕਿਲੋ ਆ, ਉਹ ਕਿੱਥੋਂ ਰੱਜ ਕੇ ਖਾ ਲੂਗਾ? ਉਹਨੇ ਅੱਧਾ ਹੀ ਖਾਣਾ, ਕਹਿਣਾ ਅੱਧਾ ਸਵੇਰ ਨੂੰ ਖਾ ਲਾਂਗੇ। ਪਰ ਜੇ ਮੱਟ ਭਰਿਆ ਹੋਇਆ ਆ ਤੇ ਉਹਨੇ ਆਪ ਵੀ ਖਾਣਾ ਤੇ ਆਏ ਗਏ ਨੂੰ ਵੀ ਖਾਣਾ। ਲਓ ਜੀ ਇੱਕ ਹੋਰ ਲੈ ਲਵੋ, ਲਓ ਜੀ ਥੋੜਾ ਜਿਹਾ ਹੋਰ ਖਾ ਲਓ, ਕਿਉਂਕਿ ਉਹਨੂੰ ਪਿੱਛੇ ਨਜ਼ਰ ਆਉਂਦਾ ਆ ਕਿ ਬਾਕੀ ਹੋਰ ਬਰਕਤ ਹੈਗੀ ਆ। ਇਸ ਲਈ ਇਹ ਸਾਰੀਆਂ ਬਰਕਤਾਂ ਭਾਵੇਂ ਅਨਾਜ ਦੀਆਂ ਆ, ਭਾਵੇਂ ਸਾਡੇ ਜਿਸਮ ਦੀਆਂ, ਭਾਵੇਂ ਆਤਮਾ ਦੀਆਂ ਆ, ਚਾਹੇ ਕਿਸੇ ਵੀ ਤਰ੍ਹਾਂ ਦੀਆਂ, ਇਹ ਉਦੋਂ ਹੀ ਮਿਲਦੀਆਂ ਜਦੋਂ ਅਸੀਂ ਸੇਵਾ ਕਰਨ ਦੀ ਸੇਵਾ ਭਾਵਨਾ ਆਪਣੇ ਮਨ ਵਿੱਚ ਲੈ ਆਏ। ਪਰਮੇਸ਼ਵਰ ਜੀ ਤੁਹਾਡੇ ਮਨਾਂ ਦੇ ਵਿੱਚ ਸੇਵਾ ਦੀ ਭਾਵਨਾ ਪੈਦਾ ਕਰਨ ਅਤੇ ਤੁਸੀਂ ਪਰਮੇਸ਼ਵਰ ਜੀ ਦੇ ਹੁਕਮਾਂ ਨੂੰ ਮੰਨਣ ਵਾਲੇ ਹੋਵੋ। ਉਸ ਦੀ ਬਰਕਤ ਹਮੇਸ਼ਾ ਹਮੇਸ਼ਾ ਤੁਹਾਡੇ ਨਾਲ ਬਣੀ ਰਵੇ। ਆਮੀਨ। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ
ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 01822 516 777।